ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਨਮੁਖ ਭਇਓ ਨਵਾਬ ਜਬ ਬਹੁ ਸੈਨਾ ਮਰਵਾਏ। ਦ੍ਰਿਸ਼ਟ ਪਰਸ ਪਰ ਪ੍ਰੇਰ ਤਬ ਵਿਖੇ ਰੂਪ ਦ੍ਰਿਗ ਲਾਏ। परम सन्मान है और साहिब कमाल बारगाह इनायत के मालिक कलयुगी जीवों के उद्धारकर्ता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलां च विराजमान गुरु प्यारी साध संगत, गुरुदेव जी दी महान इनायत दा सदका साडे सारियां दे सिर ते मेहरमतमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है इस शाम अजीजुल नवाज गनीमुल खराज पातशाह गुरु गोबिंद सिंह साहिब जी दे चरण कमलों की खाक दे नाम करना नसीब होया। सतगुरु जी की मेहर सदका सौदर चौंकी दे कीर्तन रहरास आरती अरदास ते फिर साहिब जी दे अमृतमयी हुक्मनामे आपने झोली च पाए हैं। कुछ समा और गुरु पातशाह गुरु हरगोबिंद साहिब जी दियां महान वड्याइयां महान बरकतां अमृतमयी अमृत नाल लबरेज जीवन गाथावां राही मन गुरु चरनां नाल जुड़ सके, एकाग्रता अदब ते आनंद दी दात झोली च पै सके। इसलिए जितने माता भ्राता हाजरीन हाजरी भर रहे हो, पेशतर छोटी जही ध्यान साधना है। दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलां ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरू जी की फतेह। कल तक सरवण करदियां इतना अपने प्रेम सहित सरवण किया कि गुरु हरगोबिंद साहिब महाराज जी दे नाल जंग करदियां अब्दुल खान दे दोवें पुत्र भी मारे गए। बहुत सारे जरनैल ते सैना दा घाण हो गया। हुण ये बच गए हैं इन्हां दे कुछ सैनिक करमचंद रतन चंद ते स्वयं अब्दुल खान ये बच गए हैं। फिर भी अजे समा सी दयालु कृपालु सतगुरु जी दे चरनां विच आ जांदे
ਤੇ ਬੇਨਤੀ ਕਰਦੇ ਸਾਨੂੰ ਭੁਲੇਖਾ ਲੱਗ ਗਿਆ, ਸਮਝ ਨਹੀਂ ਆਈ। ਤੁਸੀਂ ਪਾਰ ਬ੍ਰਹਮ ਪਰਮੇਸ਼ਵਰ ਜੋਤ ਹੋ। ਪੀਰਾਂ ਦਸਤਗੀਰਾਂ ਨੇ ਤੁਹਾਨੂੰ ਸਜਦਾ ਕੀਤਾ ਤੇ ਤੁਹਾਨੂੰ ਇੱਕ ਬਾਬਾ ਅਕਾਲ ਪੁਰਖ ਅਕਾਲ ਰੂਪ ਆ ਕੇ ਨਿਵਾਜਿਆ, ਸਨਮਾਨ ਦਿੱਤਾ। ਮੱਕਾ ਮੁਨੱਵਰਾ ਦੇ ਤਮਾਮ ਬੱਦੂ ਤੁਹਾਡੇ ਕਦਮਾਂ ਵਿੱਚ ਆ ਗਏ, ਪਰਿਕਰਮਾ ਹੋਈਆਂ। ਰੇਠਿਆਂ ਨੇ ਮਿਠਾਸ ਧਾਰਨ ਕੀਤੀ ਤੇ ਸੜਦੇ ਹੋਏ ਕੜਾਹੇ ਤੇ ਕੌਡਿਆਂ ਦੇ ਮਨ ਸ਼ਾਂਤ ਹੋਏ। ਅਸੀਂ ਭੁੱਲ ਗਏ ਹਾਂ ਜੋ ਤੁਹਾਡੇ ਤੇ ਹਮਲਾ ਕਰ ਬੈਠੇ ਹਾਂ। ਅਜੇ ਵੀ ਮੌਕਾ ਸੀ ਬਈ ਇਸ ਗੱਲ ਨੂੰ ਸਮਝ ਜਾਂਦੇ। ਪਰ ਜਦੋਂ ਕੋਈ ਮਨੁੱਖ ਲੰਬਾ ਰਸਤਾ ਕਈ ਦਿਨ ਗਲਤ ਦਿਸ਼ਾ ਵੱਲ ਚੱਲਿਆ ਹੋਵੇ ਨਾ, ਜਾਣਾ ਹੋਵੇ ਪੂਰਬ ਵੱਲ ਤੇ ਚੱਲਦਾ ਰਹੇ ਦੱਖਣ ਵੱਲ, ਤੇ 10-15 ਦਿਨ ਚੱਲ ਪਵੇ ਤੇ ਕਿਸੇ ਨੂੰ ਪੁੱਛ ਲਏ ਬਈ ਮੈਂ ਜਾਣਾ ਪੂਰਬ ਵੱਲ ਹੈ, ਠੀਕ ਜਾ ਰਿਹਾ, ਤੇ ਅਗਲਾ ਕਹਿ ਦੇਵੇ ਵੀ ਨਹੀਂ ਤੂੰ ਗਲਤ ਪਾਸੇ ਜਾ ਰਿਹਾ ਹੈ, ਪੂਰਬ ਵੱਲ ਨਹੀਂ ਜਾ ਰਿਹਾ, ਤੂੰ ਦੱਖਣ ਵੱਲ ਜਾ ਰਿਹਾ। ਉਹ ਹੱਥ ਛੱਡੇਗਾ, ਆਖੇਗਾ ਲੈ ਮੂਰਖ ਹੈ, ਮੈਂ ਇੰਨੇ ਦਿਨ ਹੋ ਗਏ ਪੂਰਬ ਵੱਲ ਚੱਲ ਰਿਹਾ। ਹੁਣ ਇਹਦੇ ਕਹਿਣ ਤੇ ਮੈਂ ਬਦਲ ਥੋੜ੍ਹੀ ਜਾਵਾਂਗਾ। ਮਨੁੱਖ ਆਪਣੀ ਮੂਰਖਤਾ ਦੇ ਵੀ ਅੜਿਆ ਰਹਿੰਦਾ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ। ਮੂਰਖਤਾ ਤੇ ਵੀ ਹਉਮੈ ਕਰਦਾ, ਅੜਿਆ ਰਹਿੰਦਾ ਬਈ ਲੈ ਮੈਂ ਕਹਿ ਦਿੱਤਾ, ਮੈਂ ਕਰ ਦਿੱਤਾ, ਇਹ ਮਨ ਦੀ ਗੱਲ ਹੈ, ਮੇਰਾ ਵਿਚਾਰ ਹੈ, ਸਾਰਿਆਂ ਨੂੰ ਮੰਨਣਾ ਚਾਹੀਦਾ। ਔਰ ਇਹ ਹਉਮੈ ਬੜੇ ਬੜੇ ਪੀਰਾਂ ਫਕੀਰਾਂ, ਬੜੇ ਬੜੇ ਪੈਗੰਬਰ ਅਖਵਾਉਣ ਵਾਲਿਆਂ ਨੂੰ ਵੀ ਆਈ ਹੈ। ਮੇਰਾ ਮਤ ਸਭ ਤੋਂ ਵੱਡਾ ਹੈ ਤੇ ਮੇਰੇ ਮਤ ਸਾਰੇ ਮੰਨਣ, ਬਾਕੀ ਕਾਫਰ ਨੇ। ਦੁਨੀਆ ਦਾ ਸਭ ਤੋਂ ਨਿਰਮਾਣ ਮਤ ਅਗਰ ਦੇਖਣਾ ਹੋਵੇ, ਜਿੱਥੇ ਹਉਮੈ ਨਹੀਂ, ਮਹਾਨ ਵੀ ਤੇ ਨਿਰਮਾਣ ਵੀ, ਉਹ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ। ਇਸ ਲਈ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਚੰਗਿਆਈ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਕਬੀਰ ਸਾਹਿਬ ਭਾਵੇਂ ਮੈਂ ਅਰਜ਼ ਕਰਾਂ ਮੁਸਲਿਮ ਘਰਾਣੇ 'ਚ ਪੈਦਾ ਹੋਏ ਤੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬਾਣੀ ਤਾਂ ਹੈ ਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦੀ, ਪਰ ਉਹਨਾਂ ਦੀ ਖੱਡੀ ਨੂੰ ਵੀ ਮਹਾਰਾਜ ਜੀ ਦੇ ਸ਼ਸਤਰਾਂ ਦੀ ਤਰ੍ਹਾਂ ਸਨਮਾਨ ਨਾਲ ਬਿਰਾਜਮਾਨ ਕਰਾਇਆ ਹੋਇਆ। ਸਤਿਗੁਰੂ ਜੀ ਦਾ ਘਰ ਸਭ ਦਾ ਸਾਂਝਾ ਹੈ। ਬਾਬਾ ਫਰੀਦ, ਬੈਣੀ ਆਦਿਕ ਇੱਥੇ ਸਨਮਾਨ ਨਾਲ ਬਿਰਾਜਮਾਨ ਨੇ। ਔਰ ਦੁਨੀਆ ਦਾ ਵਾਹਿਦ ਇਹ ਘਰ ਹੈ ਜਿਹੜਾ ਹਰ ਰੋਜ਼ ਇਹ ਬੋਲ ਦਿਲੋਂ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਨਿਰਾ ਕਹਿੰਦਾ ਹੀ ਨਹੀਂ, ਕਰਕੇ ਵੀ ਦਿਖਾਉਂਦਾ ਹੈ। ਅੱਜ ਸਾਰੀ ਦੁਨੀਆ ਇਸ ਗੱਲ ਨੂੰ ਬੜੇ ਹਿਰਦੇ ਤੋਂ ਤਸਲੀਮ ਕਰ ਰਹੀ ਹੈ ਬਈ ਵਾਕਈ ਸਰਬੱਤ ਦਾ ਭਲਾ ਕਰਨ ਵਾਲੀ ਤੇ ਭਲਾ ਲੋੜਨ ਵਾਲੀ ਤੇ ਭਲਾ ਕਰਨ ਵਿੱਚ ਸਹਾਇਕ ਹੋਣ ਵਾਲੀ ਅਗਰ ਕਮਿਊਨਿਟੀ ਦੁਨੀਆ 'ਤੇ ਕੋਈ ਹੈ, ਕੌਮ ਦੁਨੀਆ 'ਤੇ ਕੋਈ ਹੈ, ਤਾਂ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹੈ। ਇਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਆ ਜਾਂਦੇ ਅਗਰ ਕਰਮ ਚੰਦ, ਰਤਨ ਚੰਦ ਤੇ ਅਬਦੁਲ ਖਾਨ ਆ ਜਾਂਦੇ ਬਈ ਮਹਾਰਾਜ ਅਸੀਂ ਭੁੱਲ ਗਏ, ਅਸੀਂ ਤੁਹਾਨੂੰ ਕਮਜ਼ੋਰ ਸਮਝਿਆ, ਜਾਂ ਅਸੀਂ ਤੁਹਾਨੂੰ ਕੁਝ ਹੋਰ ਸਮਝ ਕੇ ਗੁਸਤਾਖੀ ਕਰ ਬੈਠੇ। ਭਾਵੇਂ ਮੇਰੇ ਪਿਤਾ ਕਹਿ ਦਿੰਦਾ ਕਰਮ ਚੰਦ ਬਈ ਚੰਦੂ ਨੇ ਜ਼ੁਲਮ ਕੀਤਾ, ਉਸ ਦਾ ਹਸ਼ਰ ਮੈਂ ਦੇਖਿਆ।
ਰਤਨ ਚੰਦ ਕਹਿ ਦਿੰਦਾ, ਮੈਂ ਆਪਣੇ ਪਿਤਾ ਘੇਰੜ ਭਗਵਾਨ ਦਾਸ ਦਾ ਹਸ਼ਰ ਦੇਖਿਆ ਤੇ ਫਿਰ ਵੀ ਮੈਂ ਭੁੱਲ ਗਿਆ ਜਿਹੜਾ ਹਮਲਾਵਰ ਬਣ ਕੇ ਆਇਆ, ਸੈਨਾ ਲੈ ਕੇ ਆਇਆ। ਮਹਾਰਾਜ ਬਖਸ਼ ਲਵੋ। ਸਤਿਗੁਰੂ ਜੀ ਨੇ ਉਸੇ ਵੇਲੇ ਬਖਸ਼ ਦੇਣਾ ਸੀ, ਕਹਿਣਾ ਸੀ ਕੋਈ ਗੱਲ ਨਹੀਂ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਪਰ ਗਲਤ ਦਿਸ਼ਾ ਵੱਲ ਚੱਲਦਿਆਂ ਹੋਇਆਂ ਨੂੰ ਹੰਕਾਰ ਨੇ ਪ੍ਰੇਰਿਆ ਹੋਇਆ ਵੀ ਅਸੀਂ ਤਾਂ ਬੜੇ ਬਲੀ ਹਾਂ, ਭਾਵੇਂ ਸੈਨਾ ਮਾਰੀ ਗਈ ਹੈ, ਅਸੀਂ ਬਹੁਤ ਤਕੜੇ, ਅਸੀਂ ਇਹਨਾਂ ਨੂੰ ਪਕੜ ਲੈਣਾ ਹੈ। ਤੇ ਮਹਾਰਾਜ ਨੂੰ ਮਾਰਨ ਵਾਸਤੇ ਇਸ ਬਿਦ ਥਟ ਕਰ ਆਏਗੋ, ਜੈ ਥਿਤ ਗੁਰੂ ਭਗਵਾਨ। ਅਬਦੁਲ ਖਾਨ ਇਹਨਾਂ ਦੋਹਾਂ ਨੂੰ, ਰਤਨ ਚੰਦ ਕਰਮ ਚੰਦ ਜੀ ਨੂੰ ਸੱਜੇ ਖੱਬੇ ਕਰਕੇ, ਇੱਕ ਕਰਮ ਚੰਦ ਔਰ ਰਤਨ ਚੰਦ ਕਰ ਬਾਮ ਦਾਹਿਨੇ, ਦੋਹਣ ਵੀਰ ਗੁਰ ਸਮੁਖ ਚੱਲਿਓ ਹੋਇ ਕੋ ਖਵਾ ਕੇ ਅਭੀਰ। ਇਹ ਬੜਾ ਨਿਰਭੈਕ ਹੋ ਕੇ ਤੇ ਮਹਾਰਾਜ ਜੀ ਵੱਲ ਚੱਲ ਪਿਆ, ਦੋਹਾਂ ਨੂੰ ਸੱਜੇ ਖੱਬੇ ਕਰਕੇ। ਇਹਨਾਂ ਦੇ ਨਾਲ ਕੁਝ ਹੋਰ ਖੱਤਰੀਆਂ ਦੀ ਸੈਨਾ ਵੀ ਹੈਗੀ ਹੈ, ਇਹ ਰੋਹੇਲੇ ਘੇਰੜ ਦੀ ਸੈਨਾ ਵੀ ਹੈ, ਔਰ ਦੁਨੀ ਚੰਦ ਦੇ ਪੁੱਤਰ ਦੀ ਵੀ ਕੁਝ ਸੈਨਿਕ ਟੁਕੜੀ ਹੈ, ਉਹ ਵੀ ਨਾਲ ਲੈ ਕੇ ਮਹਾਰਾਜ ਜੀ ਵੱਲ ਚੱਲੇ ਨੇ। ਇਸ ਬਿਦ ਥਟ ਕਰ ਆਏਗੋ, ਜੈ ਥਿਤ ਗੁਰੂ ਭਗਵਾਨ। ਪਿਖਣ ਪਰਸ ਪਰ ਹੋਤ ਬਾ ਲਰਬੇ ਚੋਪ ਮਹਾਨ। ਤੇ ਬੜਾ ਚਾਅ ਹੈ ਮਨ ਵਿੱਚ ਜੰਗ ਕਰਨ ਦਾ। ਤੇ ਤਿੰਨੇ ਕਰਮ ਚੰਦ, ਰਤਨ ਚੰਦ ਤੇ ਅਬਦੁਲ ਖਾਨ ਲਓ ਜਲੰਧਰੀਏ ਸੋਚਦੇ ਨੇ ਵੀ ਹੁਣੇ ਹੀ ਹੱਥੋਂ ਹੱਥੀ ਜਾ ਪਕੜਨਾ ਹੈ, ਸਾਡਾ ਮੁਕਾਬਲਾ ਇਹਨਾਂ ਨੇ ਕੀ ਕਰ ਲੈਣਾ। ਠੀਕ ਹੈ, ਸੈਨਿਕ ਮਾਰੇ ਗਏ, ਸਿਪਾਹ ਸਲਾਰ ਮਾਰੇ ਗਏ, ਪਰ ਸਾਡੀ ਤੇਗ ਕਿੱਥੇ ਚੱਲ ਸਕਣਗੇ, ਸਾਡੇ ਵਾਰ ਇਹਨਾਂ ਨੇ ਨਹੀਂ ਚੱਲਣੇ। ਇਸ ਤਰ੍ਹਾਂ ਮਨ ਵਿੱਚ ਵਿਚਾਰ ਕਰਕੇ ਆਏ ਹਨ। ਤੇ ਅੱਗੇ ਸ਼ਾਂਤੀ ਦਾ ਸਾਗਰ ਹਿਰਤਾ ਰੱਖਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਦਇਆ ਖਿਮਾ ਔਰ ਬਿਰਧ ਬਾਣੇ ਦੀ ਲਾਜ ਰੱਖਣ ਦਾ ਸੁਭਾਅ ਰੱਖਣ ਵਾਲੇ, ਮੁੱਢ ਕਦੀਮਾ ਤੋਂ ਸੁਭਾਅ ਰੱਖਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਹਰਗੋਬਿੰਦਪੁਰ ਦੀ ਸਰਜ਼ਮੀਨ ਤੇ ਸੁਭਾਏਮਾਨ ਹਨ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਆਪਣੇ ਆਪ ਨੂੰ ਸੈਨਾ ਵਿੱਚ ਸ਼ਾਮਲ ਸਮਝਦਿਆਂ ਹੋਇਆ ਮਹਾਰਾਜ ਦੇ ਦੀਦਾਰ ਦਾ ਸੁਭਾਗ ਸੁਰਤ ਵਿੱਚ ਪ੍ਰਾਪਤ ਕਰਦਿਆਂ ਫਿਰ ਤੋਂ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਦੋਹਰਾ ਸਨਮੁਖ ਭਇਓ ਨਵਾਬ ਜਬ ਬਹੁ ਸੈਨਾ ਮਰਵਾਏ। ਬਹੁਤ ਵੱਡੀ ਸੈਨਾ ਨੂੰ ਮਰਵਾ ਕੇ ਤੇ ਮਹਾਰਾਜ ਜੀ ਦੇ ਸਾਹਮਣੇ ਅਪੇਅਰ ਹੋਇਆ। ਆਖਿਆ ਮੈਂ ਨਵਾਬ ਤੋਂ ਭਾਵ ਹਾਕਮ, ਇਹ ਜਲੰਧਰ ਦਾ ਹਾਕਮ ਸੀ, ਇਹ ਮਹਾਰਾਜ ਜੀ ਦੇ ਸਾਹਮਣੇ ਆ ਗਿਆ ਬਈ ਮੈਂ ਦੇਖਦਾ ਕਿਵੇਂ ਨਹੀਂ ਪਕੜੇ ਜਾਂਦੇ। ਦ੍ਰਿਸ਼ਟ ਪਰਸ ਪਰ ਪ੍ਰੇਰ ਤਬ ਪਿਖੇ ਰੂਪ ਦ੍ਰਿਗ ਲਾਏ। ਆਮੋ ਸਾਹਮਣੇ ਨਜ਼ਰਾਂ ਸਾਹਮਣੇ ਹੋਈਆਂ ਮੇਰੀਆਂ ਪੀਰੀਆਂ ਦੇ ਦਾਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਨਜ਼ਰਾਂ ਸਾਂਝੀਆਂ ਹੋਈਆਂ ਤੇ ਮਹਾਰਾਜ ਜੀ ਦਾ ਰੂਪ ਦੇਖਿਆ। ਇਸਨੇ ਦ੍ਰਿਸ਼ਟੀ ਲਗਾ ਕੇ ਚੋਪਈ ਬੇਸ ਕਰਾਓ, ਥੋੜਾ ਕੋ ਬੇਸ ਵਧਾਓ। ਕਰ ਤਨ ਕਟ ਇੱਕ ਦੀ ਸਮਸੇਰ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੱਥ ਵਿੱਚ ਧਨੁਸ਼ ਹੈਗਾ, ਪੂਰਾ 9 ਟੰਕੀ ਧਨੁਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 9 ਟੰਕ ਜਿਹਦਾ ਪ੍ਰੈਸ਼ਰ ਹੈ, ਉਹ ਮਹਾਰਾਜ ਜੀ ਦੇ ਹੱਥ ਵਿੱਚ ਧਨੁਸ਼ ਹੈ। ਔਰ ਇਸ ਤਰ੍ਹਾਂ ਦੇ ਨਾਲ ਸ੍ਰੀ ਸਾਹਿਬ ਵੀ ਉਹਨਾਂ ਦੇ ਕਮਰ ਵਿੱਚ ਕੱਸੀ ਹੋਈ ਹੈ। ਸਿਪਰ ਸਹਿਤ ਸ੍ਰੀ ਗੁਰ ਸਮਸੇਰ। ਤੇ ਢਾਲਾ ਬੜਾ ਵੱਡਾ ਮਹਾਰਾਜ ਜੀ ਦੇ ਕੋਲ ਹੈ ਤੇ ਬੱਬਰ ਸ਼ੇਰ ਦੀ ਤਰ੍ਹਾਂ ਮਹਾਰਾਜ ਜੀ ਦਾ ਸਰੂਪ
ਦਿਖ ਰਿਹਾ ਹੈ। ਵੱਡੇ ਪ੍ਰਤਾਪਵੰਤ ਭਿਖ ਕਰ ਕੈ, ਵੱਡੇ ਤੇਜ ਪ੍ਰਤਾਪ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਖ ਕਰਕੇ ਹਤਨ ਹੇਤ ਗਨ ਜਤਨ ਸਿਮਰ ਕੈ। ਤੇ ਮਨ ਵਿੱਚ ਬੜਾ ਯਤਨ ਕੀਤਾ ਵੀ ਹੁਣੇ ਜਾ ਕੇ ਮੈਂ ਇਹਨਾਂ ਦੀ ਗਰਦਨ ਉਤਾਰ ਦੇ। ਬੜੀ ਮੂਰਖਤਾ ਹੈ ਜਿਹੜੇ ਜੁਗੋ ਜੁਗ ਅਟਲ ਨੇ, ਜਿਹੜੇ ਅਕਾਲ ਪੁਰਖ ਨੇ, ਜਿਨ੍ਹਾਂ ਨੂੰ ਕਾਲ ਸਜਦੇ ਕਰਦਾ ਹੈ, ਕਾਲ ਆਗਿਆ ਵਿੱਚ ਚੱਲਦਾ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਗਿਆ ਕਰ ਦਿੱਤੀ ਸੀ ਵੀ ਜਿੰਨਾ ਚਿਰ ਸਾਡਾ ਸਰੀਰ ਹੈ ਗੋਇੰਦਵਾਲ ਕਾਲ ਨਹੀਂ ਆਵੇਗਾ। ਔਰ ਵਾਕਈ ਇਤਿਹਾਸ ਹੈ, ਜਿਤਨੀ ਦੇਰ ਸਾਹਿਬ ਗੁਰੂ ਅਮਰਦਾਸ ਮਹਾਰਾਜ ਸਰੀਰ ਵਿੱਚ ਰਹੇ ਗੋਇੰਦਵਾਲ ਵਿੱਚ ਕੋਈ ਮ੍ਰਿਤਿੂ ਨਹੀਂ ਹੋਈ। ਗੋਇੰਦਵਾਲ ਕਾਲ ਦਾ ਆਉਣਾ ਬੰਦ ਕਰ ਦਿੱਤਾ। ਇਹ ਕੌਣ ਕਰ ਸਕਦਾ ਹੈ? ਜਿਹੜਾ ਅਕਾਲ ਹੈ, ਜਿਹੜਾ ਕਾਲ ਤੋਂ ਉੱਤੇ ਹੈ, ਕਾਲ ਜਿਹਦੀ ਆਗਿਆ ਵਿੱਚ ਹੈ, ਉਹ ਕਰ ਸਕਦਾ ਹੈ। ਪਰ ਇਹ ਮੂਰਖ ਸੋਚਦੇ ਨੇ ਹੁਣੇ ਹੀ ਅਸੀਂ ਇਹਨਾਂ ਨੂੰ ਖਤਮ ਕਰ ਦੇਣਾ ਹੈ। ਤੁਰੰਗ ਨਚਾਵਤ ਜੁਤ ਗਜ ਗਾਹਨ, ਔਰ ਇਸ ਤਰ੍ਹਾਂ ਦੇ ਨਾਲ ਇਹ ਬੜੇ ਬਲ ਨਾਲ ਘੋੜਿਆਂ ਨੂੰ ਨਚਾਉਂਦੇ ਹੋਏ, ਇਹਨਾਂ ਦੇ ਘੋੜਿਆਂ ਨੂੰ ਬਹੁਤ ਸੋਹਣੇ ਇਹਨਾਂ ਨੇ ਗਹਿਣੇ ਪਾਏ ਹੋਏ ਨੇ, ਸ਼ਿੰਗਾਰੇ ਹੋਏ। ਜਿਵੇਂ ਅੱਜ ਕੱਲ੍ਹ ਤੁਸੀਂ ਦੇਖਿਆ ਲੋਕ ਗੱਡੀਆਂ ਖਰੀਦਦੇ ਨੇ, ਫਿਰ ਐਕਸੈਸਰੀਜ਼ ਲਵਾਉਂਦੇ, ਉਹਨੂੰ ਸ਼ਿੰਗਾਰਦੇ ਨੇ ਵੀ ਸੋਹਣੀ ਲੱਗੇ। ਇਹ ਹਰ ਬੰਦੇ ਦੇ ਮਨ ਵਿੱਚ ਆਉਂਦਾ ਹੈ, ਆਪਣੀ ਆਪਣੀ ਵਿੱਤ ਅਨੁਸਾਰ। ਕੋਈ ਸਾਈਕਲ ਲੈਂਦਾ ਹੈ ਤੇ ਉਹਨੂੰ ਹੀ ਫੁੱਲ ਲਵਾ ਲੈਂਦਾ। ਮੈਂ ਰਿਕਸ਼ਿਆਂ ਨੂੰ ਦੇਖਿਆ, ਲੋਕਾਂ ਨੇ ਪਰਾਂਦੀਆਂ ਬੰਨੀਆਂ ਹੁੰਦੀਆਂ ਨੇ, ਟਰੱਕਾਂ ਨੂੰ, ਬੱਸਾਂ ਨੂੰ ਆਪਣੇ ਢੰਗ ਨਾਲ, ਆਪਣੇ ਵਾਹੀਕਲਾਂ ਨੂੰ ਸ਼ਿੰਗਾਰਿਆ ਹੁੰਦਾ। ਇਹ ਪੁਰਾਤਨ ਸਮੇਂ ਤੋਂ ਰੁਚੀ ਹੈ ਮਨੁੱਖ ਦੇ ਅੰਦਰ। ਘੋੜਿਆਂ ਨੂੰ ਬੜੇ ਸੋਹਣੇ ਵਿੱਤ ਅਨੁਸਾਰ ਗਹਿਣੇ ਪਾਏ ਜਾਂਦੇ ਸਨ, ਮਹਿਲਾਂ ਪਾਈਆਂ ਜਾਂਦੀਆਂ ਸਨ, ਔਰ ਉਹਨਾਂ ਨੂੰ ਇਸ ਤਰ੍ਹਾਂ ਕੀਮਤੀ ਗਹਿਣਿਆਂ ਨਾਲ ਜਿਹੜੇ ਘੋੜੇ ਇਹਨਾਂ ਦੇ ਸ਼ਿੰਗਾਰੇ ਹੋਏ ਹਨ। ਸਿੱਖਨ ਕੋ ਚਾਹਤ ਅਵਗਾਹਨ, ਇਹ ਸਿੱਖਾਂ ਵਿੱਚ ਤਰਥੱਲੀ ਮਚਾਉਣਾ ਚਾਹੁੰਦੇ ਨੇ ਵੀ ਵੱਟ ਕਟਾ ਵੱਟ ਕਰ ਦਿਆਂਗੇ, ਤਸ਼ਾ ਮੁੱਛ ਹੋ ਜਾਏਗੀ, ਲੋਥ ਲੋਥਮ ਪੋਥਮ ਹੋ ਜਾਏਗੀ ਤੇ ਲੋਥਾਂ ਤੇ ਲੋਥਾਂ ਚਾੜ ਦੇਵਾਂਗੇ, ਸੋਚਦੇ ਹਨ। ਚਾਪ ਹੱਥ ਮੈਂ ਤੀਰ ਨਿਕਾਰਤ, ਔਰ ਇਸ ਤਰ੍ਹਾਂ ਦੇ ਨਾਲ ਆਪਣੇ ਹੱਥ ਵਿੱਚ ਕਮਾਨ ਪਕੜ ਕੇ ਤੇ ਪੱਥੇ ਵਿੱਚੋਂ ਤੀਰ ਕੱਢਦੇ ਹਨ। ਐਚ ਕਾਣ ਲਬ ਬਲ ਕਰ ਮਾਰਤ, ਕੰਨ ਤੱਕ ਪੂਰਾ ਜ਼ੋਰ ਲਗਾ ਕੇ, ਪੂਰੀ ਤੰਦੀ ਖਿੱਚ ਕੇ ਤੇ ਸਤਿਗੁਰੂ ਜੀ ਨੂੰ ਨਿਸ਼ਾਨਾ ਬਣਾ ਕੇ ਬਾਣ ਚਲਾ ਰਹੇ ਅੰਗ। ਔਰ ਇਸ ਤਰ੍ਹਾਂ ਦੇ ਨਾਲ ਕੰਚਨ ਕੇਰ ਵਿਭੂਖਣ ਅੰਗ, ਬੜੇ ਸੋਹਣੇ ਸੋਨੇ ਦੇ ਗਹਿਣੇ ਇਹਨਾਂ ਨੇ ਆਪਣੇ ਬਾਜੂਬੰਦ, ਗੁਲੂਬੰਦ ਆਦਿਕ ਪਾਏ ਹੋਏ ਹਨ। ਜਬਰ ਜਵਾਹਰ ਜਰਤੀ ਸੰਗ, ਜਿਹੜੇ ਬਹੁਤ ਕੀਮਤੀ ਹੀਰੇ ਜਵਾਹਰਾਤਾਂ ਨਾਲ ਜੜੇ ਹੋਏ, ਮੜੇ ਹੋਏ ਹਨ। ਬਲੀ ਚਪਲ ਬੜ ਮੂਲ ਤੁਰੰਗ, ਤੇ ਬੜੇ ਕੀਮਤੀ ਘੋੜੇ, ਤੇਜ ਤਰਾਰ, ਚੰਚਲ ਘੋੜੇ ਹਨ ਇਹਨਾਂ ਦੇ ਕੋਲ। ਠਹਿਰਤ ਨਹ ਥਰ ਕਤ ਵਿੱਚ ਜੰਗ, ਤੇ ਜੰਗ ਵਿੱਚ ਇੱਕ ਜਗ੍ਹਾ ਠਹਿਰਦੇ ਨਹੀਂ, ਭਾਵ ਇੱਧਰ ਉੱਧਰ ਫਿਰਦੇ ਰਹਿੰਦੇ ਹਨ, ਤੀਰਾਂ ਤੇ ਗੋਲੀਆਂ ਦੇ ਨਿਸ਼ਾਨੇ ਤੋਂ ਬਚਣ ਲਈ। ਤਿਮ ਦੋਨੋਂ ਖਤਰੀ ਚਲ ਆਏ, ਇਸ ਤਰ੍ਹਾਂ ਦੋਵੇਂ ਖੱਤਰੀ ਭਾਵ ਭਗਵਾਨ ਦਾਸ ਘੇਰੜ ਦਾ ਮੁੰਡਾ ਰਤਨ ਚੰਦ ਤੇ ਚੰਦੂ ਦੀਵਾਨ ਦਾ ਮੁੰਡਾ ਕਰਮ ਚੰਦ, ਇਹ ਦੋਵੇਂ ਸੱਜੇ ਖੱਬੇ ਹਨ ਆਪਣੀਆਂ ਸੈਨਿਕ ਟੁਕੜੀਆਂ ਸਹਿਤ ਅਬਦੁਲ ਖਾਨ ਦੇ। ਗੁਰ ਕੋ ਹੇਰ ਰਿਦੇ ਤਪਤਾਏ, ਇਹਨਾਂ ਦੋਹਾਂ ਨੇ ਵੀ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਖਿਆ ਤੇ ਬੜੇ ਕ੍ਰੋਧ ਨਾਲ ਭਰੇ, ਤੇ ਸਮਝਦੇ ਨੇ ਸਾਡੇ ਦੋਹਾਂ ਦੇ ਪਿਓਾਂ ਨੂੰ ਇਹਨਾਂ ਨੇ ਮਾਰਿਆ। ਰਤਨ ਚੰਦ ਸਮਝਦਾ ਵੀ ਮੇਰੇ ਪਿਤਾ ਘੇਰੜ ਨੂੰ ਇਹਨਾਂ ਨੇ ਮਾਰਿਆ, ਔਰ ਕਰਮ ਚੰਦ ਸਮਝਦਾ ਵੀ ਮੇਰੇ ਪਿਤਾ ਚੰਦੂ ਦੀਵਾਨ ਨੂੰ ਇਹਨਾਂ ਨੇ ਮਾਰਿਆ, ਅਸੀਂ ਅੱਜ ਬਦਲਾ ਲੈ ਲੈਂਦੇ ਹਾਂ। ਪਰ ਇਹ ਨਹੀਂ ਪਤਾ ਵੀ ਦੋਹਾਂ ਦੀ ਆਪਣੀ ਮੂਰਖਤਾਈ। ਦਰਿਆ ਵਿੱਚ ਅਗਰ ਕੋਈ ਡੁੱਬ ਕੇ ਮਰ ਜਾਵੇ ਤਾਂ ਦਰਿਆ ਦਾ ਕਸੂਰ ਨਹੀਂ ਹੁੰਦਾ, ਵਿੱਚ ਵੜਨ ਵਾਲੇ ਦਾ ਕਸੂਰ ਹੁੰਦਾ। ਇਸ ਲਈ ਸਤਿਗੁਰੂ ਪਾਤਸ਼ਾਹ ਤਾਂ ਜੀਵਨ ਦਾਨ ਦਿੰਦੇ,
ਸਭ ਨੂੰ ਸੁੱਖ ਦਿੰਦੇ ਨੇ, ਆਨੰਦ ਦਿੰਦੇ ਨੇ, ਪਰ ਉਹਨਾਂ 'ਤੇ ਕੋਈ ਹਮਲਾਵਰ ਹੋ ਕੇ ਆ ਜਾਵੇ ਤਾਂ ਫਿਰ ਸਵਯੰ ਦੇ ਪ੍ਰਾਣਾਂ ਦੀ ਰਾਖੀ ਕਰਨਾ ਤੇ ਸਭ ਦਾ ਅਧਿਕਾਰ ਹੈ। ਤੇ ਉਸ ਅਧਿਕਾਰ ਕਰਕੇ ਮਹਾਰਾਜ ਜੀ ਦਾ ਤੇਗਾ ਚੱਲ ਜਾਂਦਾ ਤੇ ਮਰ ਜਾਂਦੇ। ਦੁਨੀ ਚੰਦ ਵੀ ਇਸ ਤਰ੍ਹਾਂ ਹੀ ਗਿਆ। ਦੀਵਾਨ ਚੰਦੂ ਤੇ ਭਗਵਾਨ ਦਾਸ ਘੇਰੜ ਇਸ ਤਰ੍ਹਾਂ ਹੀ ਗਏ ਹਨ ਤੇ ਕਸੂਰ ਉਹਨਾਂ ਦਾ ਆਪਣਾ, ਹੋਰ ਕਿਸੇ ਦਾ ਕਸੂਰ ਨਹੀਂ ਹੈ। ਤਿਨਹੁ ਬਿਲੋਕਤ ਸਤਿਗੁਰ ਬੋਲੇ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦ ਤਿੰਨਾਂ ਨੂੰ ਦੇਖਿਆ ਨਾ, ਕਰਮ ਚੰਦ, ਰਤਨ ਚੰਦ ਤੇ ਅਬਦੁਲ ਖਾਨ ਨੂੰ, ਅਬ ਹੈ ਕਾਲ ਪਲਟਾ ਪਿਤ ਕੋਲੇ। ਤੇ ਸਾਹਿਬ ਮੁਸਕਰਾਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੁਨੀਆ ਦੇ ਪਹਿਲੇ ਸੂਰਮੇ ਨੇ। ਮੈਂ ਨਿੰਦਾ ਨਹੀਂ ਕਿਸੇ ਦੀ ਕਰਦਾ, ਪਰ ਤੁਸੀਂ ਅਵਤਾਰਾਂ ਪੈਗੰਬਰਾਂ ਦੇ ਜੰਗ ਦੇਖ ਲਓ। ਬਦਰ ਦੇ ਮੈਦਾਨ ਵਿੱਚ ਜਦ ਹਜ਼ਰਤ ਮੁਹੰਮਦ ਸਾਹਿਬ ਦੇ ਦੁਸ਼ਟਾਂ ਨੇ 2 ਦੰਦ ਸਾਹਮਣੇ ਤੋੜ ਦਿੱਤੇ ਨਾ, ਤੇ ਇੱਕ ਪਹਾੜ ਦੀ ਕੰਦਰਾ ਵਿੱਚ ਵੜ ਕੇ ਉਹਨਾਂ ਨੇ ਆਪਣੇ ਪ੍ਰਾਣ ਬਚਾਏ। ਉਹ ਛੁਪ ਕੇ ਉਹਨਾਂ ਨੇ ਆਪਣੇ ਪ੍ਰਾਣਾਂ ਦੀ ਰਖਵਾਲੀ ਕੀਤੀ। ਤੇ ਜਦ ਮੂਰਛਿਤ ਹੋਏ ਲਕਸ਼ਮਣ ਰਾਮ, ਤੇ ਹਾਹਾਕਾਰ ਤੇ ਰੁਦਨ ਤੇ ਹੰਝੂਆਂ ਦੇ ਹਾਰ ਦਿਖਾਈ ਪਏ। ਹੇ ਲਕਸ਼ਮਣ, ਹਾਏ ਲਕਸ਼ਮਣ ਕਰਦੇ ਹੋਏ ਸ਼੍ਰੀ ਰਾਮ ਦਿਖਾਈ ਪਏ। ਵੱਡੇ ਵੱਡੇ ਅਵਤਾਰਾਂ ਨੂੰ ਰੋਂਦੇ ਤੇ ਰਣ ਛੋੜ ਬਣਦੇ ਹੋਏ ਦੇਖਿਆ ਗਿਆ। ਦੁਨੀਆ ਦੇ ਪਹਿਲੇ ਮਰਦ ਅਗੰਮੜੇ 6ਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਜਿਹੜੇ ਮੈਦਾਨੇ ਜੰਗ ਵਿੱਚ ਪ੍ਰਖਰ ਦੁਸ਼ਮਣੀ ਰੱਖਣ ਵਾਲਿਆਂ ਨੂੰ ਤਿੰਨਾਂ ਨੂੰ ਦੇਖ ਕੇ ਤੇ ਮੁਸਕਰਾਉਂਦੇ ਪਏ। ਇੱਕ ਵਾਰੀ ਸਾਹਿਬ ਜੀ ਦੀ ਮੁਸਕਰਾਹਟ ਤੋਂ ਨਿਰਵੈਰ ਹਿਰਦਾ ਹੀ ਮੁਸਕਰਾ ਸਕਦਾ ਹੈ। ਉਹਦੀ ਮੁਸਕਰਾਹਟ ਨਿਰਮਲ ਹੁੰਦੀ ਹੈ। ਹੰਕਾਰੀਆਂ ਦਾ ਹੱਸਣਾ ਮੈਲਾ ਹੁੰਦਾ। ਉਹ ਕਿਸੇ ਦੇ ਅਵਗੁਣਾਂ ਤੇ, ਕਿਸੇ ਨੂੰ ਨੀਵਾਂ ਦਿਖਾ ਕੇ, ਕਿਸੇ ਦੀ ਬੇਇੱਜ਼ਤੀ ਕਰਕੇ ਹੱਸਦੇ, ਕਿਸੇ ਦੀ ਨਿੰਦਿਆ ਚੁਗਲੀ ਕਰਕੇ ਹੱਸਦੇ ਨੇ। ਪਰ ਪਾਰ ਬ੍ਰਹਮ ਪਰਮੇਸ਼ਵਰ ਦੇ ਗੁਣਾਂ 'ਚ ਭਿੱਜੇ ਹੋਏ ਹਿਰਦਾ ਰੱਖਣ ਵਾਲੇ ਮਨੁੱਖ ਨਿਰਵੈਰਤਾ ਦੀ ਮੁਸਕਰਾਹਟ ਹੁੰਦੀ ਹੈ। ਹਰ ਜਨ ਗੁਣ ਗਾਵਤ ਹੱਸਿਆ, ਮੁਸਕਰਾਉਂਦਾ ਹੈ। ਪਾਰ ਬ੍ਰਹਮ ਪਰਮੇਸ਼ਰ ਦੇ ਗੁਣਾਂ ਦੀ ਵਡਿਆਈ ਨੂੰ ਪ੍ਰਗਟ ਕਰਦਾ ਹੈ। ਤੁਸੀਂ ਕਰਤਾਰਪੁਰ ਦੀ ਜੰਗ ਵਿੱਚ ਵੀ ਪੈਂਦੇ ਖਾਨ ਦੇ ਸਾਹਮਣੇ ਮਹਾਰਾਜ ਨੂੰ ਮੁਸਕਰਾਉਂਦੇ ਹੋਏ ਸੁਣਿਆ ਹੈ, ਇਤਿਹਾਸ ਪੜ੍ਹਿਆ। ਔਰ ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ ਤਿੰਨਾਂ ਨੂੰ ਦੇਖ ਕੇ ਤੇ ਆਖਣ ਲੱਗੇ, ਅਬ ਹੈ ਕਾਲ ਪਲਟਾ ਪਿਤ ਕੋਲੇ। ਮਹਾਰਾਜ ਕਹਿਣ ਲੱਗੇ, ਅੱਜ ਤਾਂ ਤੁਹਾਡੇ ਲਈ ਬੜਾ ਸੋਹਣਾ ਸਮਾਂ ਬਣ ਗਿਆ। ਇਹ ਕਰਮ ਚੰਦ, ਰਤਨ ਚੰਦ ਬੜਾ ਸੋਹਣਾ ਸਮਾਂ ਬਣ ਗਿਆ। ਆਪਣੇ ਪਿਓਾਂ ਦਾ ਬਦਲਾ ਸਾਡੇ ਕੋਲੋਂ ਲੈ ਲਓ, ਅਸੀਂ ਤੁਹਾਡੇ ਸਾਹਮਣੇ ਖੜੇ। ਇਸ ਤਰ੍ਹਾਂ ਮਹਾਰਾਜ ਜੀ ਨੇ ਫਰਮਾਇਆ, ਕਿਮ ਕਾਇਰ ਬਣ ਸਮੁਖ ਨ ਆਵਹੁ। ਬੜਾ ਸੋਹਣਾ ਸਮਾਂ ਤੁਹਾਡੇ ਕੋਲ, ਅਪਰਚੁਨਿਟੀ ਹੈ ਸਾਨੂੰ ਮਾਰਨ ਦੀ, ਆਪਣੇ ਪਿਓਾਂ ਦੇ ਬਦਲਾ ਲੈਣ ਦੀ। ਤੇ ਤੁਸੀਂ ਕਾਇਰਾਂ ਦੀ ਤਰ੍ਹਾਂ, ਗਿੱਦੜਾਂ ਦੀ ਤਰ੍ਹਾਂ, ਡਰਪੋਕਾਂ ਦੀ ਤਰ੍ਹਾਂ ਸੈਨਾ ਦੇ ਪਿੱਛੇ ਛੁਪੇ ਹੋਏ ਕਿਉਂ? ਸਾਹਮਣੇ ਕਿਉਂ ਨਹੀਂ ਆਉਂਦੇ? ਰਚ ਉਪਾਦ ਬੜ ਤੁਰਕ ਹਨਾਵਹੁ। ਤੇ ਐਵੇਂ ਹੀ ਝਗੜਾ ਉਪਾਦ ਖੜਾ ਕਰਕੇ ਤੇ ਤੁਰਕਾਂ ਦੀ ਤੁਸੀਂ ਜਾਨ ਕਢਾ ਦਿੱਤੀ, ਇਹਨਾਂ ਦੀ ਸੈਨਾ ਮਰਵਾ ਦਿੱਤੀ ਹੈ। ਬੈਠ ਕਚਹਿਰੀ ਬਾਤ ਬਣੈ ਹੈ। ਕਚਹਿਰੀ ਵਿੱਚ ਬੈਠ ਕੇ ਤੁਸੀਂ ਬੜੀਆਂ ਗੱਲਾਂ ਕਰਦੇ ਰਹੇ, ਬੜੀਆਂ ਡੀਂਗਾਂ ਮਾਰਦੇ ਰਹੇ। ਇਸ ਤਰ੍ਹਾਂ ਬੜੇ ਲੋਕੀ ਕਰਨਗੇ, ਬੜੀਆਂ ਡੀਂਗਾਂ ਮਾਰਨਗੇ, ਬੜੀਆਂ ਕੁਟਿਲ ਚਾਲਾਂ ਚੱਲਣਗੇ, ਬੜੇ ਢੰਗ ਤਰੀਕੇ ਅਪਣਾਉਣਗੇ, ਪਰ ਆਖੀਰ ਤੇ ਜਿੱਤ ਤਾਂ ਸੱਚ ਦੀ ਹੁੰਦੀ। ਸੱਚੋਂ ਔਰੇ ਸਭ ਕੋ ਉੱਪਰ ਸੱਚ ਆਚਾਰ। ਸਭ ਤੋਂ ਵੱਡੀ ਫਤਿਹ ਸੱਚ ਦੀ ਹੁੰਦੀ, ਝੂਠ ਕਦੀ ਜਿੱਤਿਆ ਨਹੀਂ। ਵਕਤੀ ਤੌਰ ਤੇ ਭਾਵੇਂ ਆਪਣੀ ਜਿੱਤ ਦੇ ਨਗਾਰੇ ਵਜਾਉਂਦਾ ਫਿਰੇ। ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਸੱਚ ਜਿਹੜਾ ਉਹ ਸਦਾ ਰਹਿੰਦਾ ਹੈ। ਕੂੜ ਤੇ ਝਟਪਟ ਨਿਖੁੱਟ ਜਾਂਦਾ, ਉਹ ਹਾਰ ਜਾਂਦਾ ਹੈ। ਕੂੜ ਠੱਗੀ ਗੁੱਝੀ ਨਾ ਰਹੇ, ਮੁਲੰਮਾ ਪਾਜ ਲਹਿ ਜਾਏ, ਉਹ ਉਤਰ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਤਾਂ
ਕਚਹਿਰੀ ਵਿੱਚ ਬੈਠ ਕੇ ਬੜੀਆਂ ਗੱਲਾਂ ਕਰਦੇ ਰਹੇ, ਬੜੀਆਂ ਬਣਤਰਾਂ ਬਣਾਉਂਦੇ ਰਹੇ। ਬਿਤ ਪਲਟਾ ਗੁਰ ਤੇ ਹਮਲਾ ਤੇ ਹੈ, ਸਾਰਿਆਂ ਨੂੰ ਕਹਿੰਦੇ ਰਹੇ ਵੀ ਪਿਤਾ ਦਾ ਬਦਲਾ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈਣਾ ਹੈ। ਤੁਮ ਕਹਿਬੇ ਕੋ ਮਰਦ ਤਿਕਾਰੂ, ਤੇ ਤੁਹਾਡੇ ਉਸ ਕਹਿਣ ਨੂੰ ਵੱਡੀ ਲਾਹਨਤ ਹੈ। ਮਹਾਰਾਜ ਜੀਆਂ ਨੇ ਐਸਾ ਆਖਿਆ ਬਈ ਜਿਹੜੀਆਂ ਤੁਸੀਂ ਵਿਉਂਤਾਂ ਬਣਾਈਆਂ, ਦਮਗਜ਼ੇ ਮਾਰੇ, ਡੀਂਗਾਂ ਮਾਰੀਆਂ, ਉਹ ਸਾਰਿਆਂ ਤੇ ਵੱਡੀ ਲਾਹਨਤ ਹੈ। ਕਿਉਂਕਿ ਨਹਿ ਟਿਕ ਹੋਵਤ ਜੰਗ ਮਜਾਰੂ, ਕਿਉਂਕਿ ਸਾਡੇ ਸਾਹਮਣੇ ਜੰਗ ਵਿੱਚ ਤੇ ਤੁਸੀਂ ਲਾਗੇ ਹੀ ਨਹੀਂ ਆਏ, ਉੱਥੇ ਹੀ ਗੱਪਾਂ ਮਾਰਦੇ ਰਹੇ ਹੋ। ਸੁਨ ਕਰ ਜਰੇ ਜਰੇ ਨਹਿ ਬੈਨ, ਮਹਾਰਾਜ ਜੀ ਦੇ ਬਚਨ ਸੁਣ ਕੇ ਤੇ ਸੜ ਬਲ ਗਏ। ਇਹ ਸਾਧ ਸੰਗਤ ਅਕਸਰ ਹੀ ਹੁੰਦਾ ਹੈ, ਜੇ ਕੋਈ ਸੱਚ ਬੋਲ ਦੇਵੇ, ਜੇ ਕੋ ਆਖੇ ਸੱਚ ਕੂੜਾ ਜਲ ਜਾਵੇ, ਉਹ ਕੂੜ ਨਾਲ ਭਰਿਆ ਹੋਇਆ ਹਿਰਦਾ ਸੜ ਬਲ ਜਾਂਦਾ ਵੀ ਇਹ ਸੱਚ ਕਿੱਥੋਂ ਆ ਗਿਆ, ਇਹ ਸੱਚ ਕਿਵੇਂ ਆਖ ਦਿੱਤਾ। ਸੱਚ ਦੇ ਵਣਜਾਰੇ ਵਿਰਲੇ ਹੁੰਦੇ ਨੇ, ਬਹੁ ਗਿਣਤੀ ਝੂਠ ਦੇ ਅਡੰਬਰ ਵਿੱਚ ਫਸੀ ਹੁੰਦੀ, ਤੇ ਆ ਸੱਤ ਨਾਲ ਸੰਬੰਧ ਹੁੰਦਾ। ਮਹਾਰਾਜ ਜੀ ਦੇ ਬਚਨ ਸੁਣ ਕੇ ਸੜ ਬਲ ਗਏ ਹਨ। ਰਿਸ਼ਤੇ ਕਰੇ ਲਾਲ ਜੁਗ ਨੈਣ, ਤੇ ਇਹਨਾਂ ਦੇ ਕ੍ਰੋਧ ਨਾਲ, ਸਾੜੇ ਨਾਲ ਅੱਖਾਂ ਲਾਲ ਹੋ ਗਈਆਂ ਹਨ। ਦੋਨੋਂ ਖਤਰੀ ਸਹਿਤ ਨਵਾਬ, ਦੋਵੇਂ ਆਪਣੇ ਆਪ ਨੂੰ ਛਤਰੀ ਅਖਵਾਉਣ ਵਾਲੇ। ਮਹਾਰਾਜ ਨੇ ਛਤਰੀ ਦੀ ਵਿਆਖਿਆ ਕੀਤੀ ਹੋਈ, ਇਹ ਨਹੀਂ ਵੀ ਜਿਹੜਾ 10-15 ਨੂੰ ਮਾਰ ਲਵੇ ਉਹ ਖੱਤਰੀ ਹੁੰਦਾ, ਖੱਤਰੀ ਹੁੰਦਾ, ਛਤਰੀਏ ਹੁੰਦਾ। ਮਹਾਰਾਜ ਕਹਿੰਦੇ ਨੇ ਖੱਤਰੀ ਸੋ ਜੋ ਕਰਮਾਂ ਕਾ ਸੂਰ, ਜਿਹਦੇ ਕਰਮ ਸੂਰਬੀਰਾਂ ਵਾਲੇ ਹੋਣ, ਜਿਹੜਾ ਨਿਮਾਣੇ ਦੀ ਬਾਂਹ ਫੜ ਸਕਦਾ ਹੋਵੇ, ਕਮਜ਼ੋਰ ਦਾ ਬਲ ਬਣ ਸਕਦਾ ਹੋਵੇ, ਲਾਗਰ ਦੀ ਮਜ਼ਬੂਤੀ ਬਣ ਸਕਦਾ ਹੋਵੇ, ਉਹ ਖੱਤਰੀ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ। ਪਰ ਇਹੋ ਜਿਹਾ ਖੱਤਰੀ ਤੁਹਾਨੂੰ ਕੋਈ ਵਿਰਲਾ ਹੀ ਲੱਭੇਗਾ। ਹਾਂ, ਮੈਦਾਨੇ ਜੰਗ ਵਿੱਚ ਖੜੇ ਨੇ ਤੇ ਉਹਨਾਂ ਦਾ ਨਾਮ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜੋ ਵੱਡੇ ਯੋਧੇ ਹਨ, ਸੂਰਬੀਰ ਹਨ। ਆਪਣੇ ਆਪ ਨੂੰ ਇਹ ਬੜੇ ਖੱਤਰੀ ਯੋਧੇ ਸਮਝਦੇ ਹਨ, ਨਵਾਬ ਸਮੇਤ। ਚੰਚਲ ਕਰੇ ਤੁਰੰਗ ਸਤਾਬ, ਝਟਪਟ ਇਹਨਾਂ ਨੇ ਆਪਣੇ ਘੋੜਿਆਂ ਨੂੰ ਦੌੜਾਇਆ ਮਹਾਰਾਜ ਜੀ ਵੱਲ। ਕੇ ਨਿਕਟ ਗੁਰ ਚਾਹਸ ਮਾਰਾ, ਔਰ ਇਸ ਤਰ੍ਹਾਂ ਦੇ ਨਾਲ ਨੇੜੇ ਆ ਗਏ ਨੇ ਤੇ ਸੋਚਦੇ ਨੇ ਇਕੱਲੇ ਅਸੀਂ ਤਿੰਨ, ਸਾਡੇ ਖੜਗਾਂ ਨੂੰ ਕਿਹਨੇ ਝੱਲ ਸਕਣਾ, ਅਸੀਂ ਹੁਣੇ ਹੀ ਇਹਨਾਂ ਨੂੰ ਖਤਮ ਕਰ ਦੇਣਾ ਹੈ। ਚਾਪਨ ਮਹਿ ਕਰਬਾਨ ਮਸੰਜਾਰਾ, ਔਰ ਇਸ ਤਰ੍ਹਾਂ ਦੇ ਨਾਲ ਚੰਚਲ ਕਰੇ ਤੁਰੰਗ ਸ਼ਤਾਬ, ਤੂੰ ਟੁਕੇ ਨਿਕਟ ਗੁਰ ਚਾਹੇ ਸੁਮਾਰਾ, ਚਾਂਪਨ ਮੈਂ ਕਰਬਾਨ ਸੰਚਾਰਾ। ਉਹਨਾਂ ਨੇ ਤੀਰ ਕਮਾਨ ਤੇ ਚਿੱਲੇ ਤੇ ਤੀਰ ਚੜਾਏ। ਐਚ ਐਚ ਤੀਨੋ ਬਲ ਪੀਨ, ਬੜੇ ਬਲ ਨਾਲ, ਸ਼ਕਤੀ ਨਾਲ, ਪੂਰਾ ਜ਼ੋਰ ਲਗਾ ਲਗਾ ਇਸ ਹਾਲਤ ਵਿੱਚ ਬਈ ਮਰਦਾ ਕੀ ਨਾ ਕਰਦਾ, ਪੂਰਾ ਯਤਨ ਲਾ ਕੇ ਤੀਰ ਚਲਾਏ। ਸਤਿਗੁਰ ਸਨਮੁਖ ਛੋੜਨ ਕੀਨ, ਸਤਿਗੁਰੂ ਪਾਤਸ਼ਾਹ ਜੀ ਦੇ ਮਸਤਕ ਸਨਮੁਖ ਸਾਹਮਣੇ ਮੁਖੜੇ ਤੇ ਜਾਂ ਛਾਤੀ ਤੇ ਨਿਸ਼ਾਨੇ ਬਣਾ ਕੇ ਇਹਨਾਂ ਤੀਰ ਚਲਾਉਣੇ ਸ਼ੁਰੂ ਕੀਤੇ। ਸ੍ਰੀ ਹਰਗੋਬਿੰਦ ਹੈ ਚਪਲਾਵੈ, ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮੇਰੀਆਂ ਪੀਰੀਆਂ ਦੇ ਦਾਤੇ ਇਹਨਾਂ ਦੇ ਤੀਰ ਚਲਾਉਂਦਿਆਂ ਨੂੰ ਦੇਖ ਰਹੇ ਤੇ ਮੁਸਕਰਾ ਰਹੇ, ਆਨੰਦਿਤ ਹੋ ਰਹੇ। ਜਦੋਂ ਇਹਨਾਂ ਦੇ ਤੀਰ ਲਾਗੇ ਆਉਂਦੇ ਨੇ ਤੇ ਮਹਾਰਾਜ ਆਪਣਾ ਬੇਸ਼ਕੀਮਤੀ ਘੋੜਾ ਥੋੜਾ ਇੱਧਰ ਕਰ ਲੈਂਦੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੰਗ ਦੇ ਵਿੱਚ ਜੰਗ ਕਰਦੇ ਹੋਏ ਨਹੀਂ ਲੱਗ ਰਹੇ, ਜੰਗ ਦੇ ਵਿੱਚ ਖੇਲ ਕਰਦੇ ਹੋਏ ਜਿਹੜੇ ਨੇ ਮਹਿਸੂਸ ਹੋ ਰਿਹਾ ਹੈ, ਸਭ ਨੂੰ ਦਿਖ ਰਹੇ ਹਨ। ਇਤ ਉਤ ਫੇਰਤ ਅੰਗ ਬਚਾਵੈ, ਕਦੀ ਘੋੜਾ ਇੱਧਰ ਕਰਕੇ, ਕਦੀ ਇੱਧਰ ਕਰਕੇ ਆਪਣਾ ਸਰੀਰ, ਆਪਣੇ ਅੰਗ ਬਚਾ ਲੈਂਦੇ। ਉਹਨਾਂ ਨੂੰ ਕੋਈ ਤੀਰ ਨਹੀਂ ਲੱਗ ਰਿਹਾ। ਆਪਣੋ ਤਨੁਕ ਕਠੋਰ ਸੰਭਾਲਾ, ਫਿਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਕਠੋਰ ਧਨੁਸ਼, ਜਿਹਨੂੰ ਹੋਰ ਕੋਈ ਨਹੀਂ ਚਲਾ ਸਕਦਾ, ਹੋਰ ਕੋਈ ਚੁੱਕ ਵੀ ਨਹੀਂ ਸਕਦਾ, ਉਹ ਮਹਾਨ ਕਠੋਰ 9 ਟੰਕੀ ਧਨੁਸ਼, ਜਿਹਦਾ 9 ਟੰਕ ਪ੍ਰੈਸ਼ਰ ਹੈ,
ਉਹ ਮਹਾਰਾਜ ਜੀ ਨੇ ਸੰਭਾਲਿਆ ਹੈ ਆਪਣੇ ਹੱਥ ਵਿੱਚ। ਤੇ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਹੱਥ ਵਿੱਚ ਆਪਣਾ ਵਿਸ਼ੇਸ਼ ਧਨੁਸ਼ ਸੰਭਾਲ ਲੈਣ, ਪਕੜ ਲੈਣ ਤੇ ਪੱਥੇ ਤੋਂ ਤੀਰ ਕੱਢ ਕੇ ਤੰਦੀ ਤੇ ਚੜਾ ਲੈਣ ਤੇ ਫਿਰ ਕੈਲਾਸ਼ ਪਰਬਤ ਵੀ ਥਰ ਥਰ ਕੰਬਣ ਲੱਗ ਪੈਂਦਾ, ਸੁਮੇਰ ਪਰਬਤ ਡੋਲ ਜਾਂਦਾ ਹੈ, ਸਾਗਰ ਦੇ ਮੱਥੇ ਤੇ ਮੁੜਕਾ ਆ ਜਾਂਦਾ ਹੈ, ਬੱਦਲ ਢਹਿ ਢੇਰੀ ਹੋ ਜਾਂਦੇ ਨੇ, ਧਰਤੀ ਜ਼ਰਾ ਜ਼ਰਾ ਬਣ ਕੇ ਉੱਡ ਜਾਂਦੀ ਹੈ। ਅਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਚਲਾਇਆ ਨਹੀਂ ਤੇ ਇਹ ਹਾਲਾਤ ਬਣ ਜਾਂਦੇ ਹਨ। ਉਹਨਾਂ ਦਾ ਧਨੁਸ਼ ਦੇਖ ਕੇ ਹੀ ਬੜੇ ਬੜੇ ਸੂਰਮੇ ਪਾਣੀ ਪਾਣੀ ਹੋ ਜਾਂਦੇ ਹਨ। ਹਰ ਖਪਰਾ ਤਰ ਗੁਣ ਸੰਚਾਰਾ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਤਿੱਖਾ ਖਪਰਾ ਤੰਦੀ ਤੇ ਚੜਾਇਆ, ਤਾਨ ਕਾਣ ਲਗ ਮਾਰਸ ਬਾਨਾ। ਔਰ ਇਸ ਤਰ੍ਹਾਂ ਦੇ ਨਾਲ ਫਿਰ ਕੰਨ ਤੱਕ ਖਿੱਚਿਆ ਗੁਰੂ ਹਰਗੋਬਿੰਦ ਸਾਹਿਬ। ਉਹਨਾਂ ਦੇ ਧਨੁਸ਼ ਮਜ਼ਬੂਤ ਨੂੰ, ਵੱਡੇ ਨੂੰ, ਭਾਰੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਚਿੱਲਾ ਚੜਾ ਕੇ ਤੇ ਬਾਣ ਦੇ ਬਾਗੜ ਪਕੜ ਕੇ ਤੇ ਖੱਬੇ ਹੱਥ ਨਾਲ ਧਨੁਸ਼ ਅੱਗੇ ਕੀਤਾ ਤੇ ਸੱਜੇ ਹੱਥ ਨਾਲ ਕੰਨ ਤੱਕ ਖਿੱਚਿਆ, ਨਿਸ਼ਾਨਾ ਲਗਾਇਆ। ਗਇਓ ਬੇਗ ਜੁਤ ਸਰਪ ਸਮਾਨਾ। ਉਹ ਜਿਹੜਾ ਤੀਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪੂਰੀ ਤੇਜ਼ੀ ਨਾਲ ਚੱਲੇ ਤੇ ਆਵਾਜ਼ ਇੰਝ ਆ ਰਹੀ ਹੈ ਜਿਵੇਂ ਕੋਈ ਫਨੀਅਰ ਸੱਪ, ਰੈਡਲ ਸਨੇਕ ਜਿਵੇਂ ਆਵਾਜ਼ ਕਰਦਾ ਹੈ ਨਾ, ਉਸ ਤਰ੍ਹਾਂ ਸੂਕਦਾ ਹੋਇਆ ਜਾ ਰਿਹਾ ਹੈ। ਰਤਨ ਚਾਂਦ ਕੋ ਤਾਕ ਚਲਾਵਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਤਨ ਚੰਦ ਨੂੰ ਹੀ ਪਹਿਲਾਂ ਨਿਸ਼ਾਨਾ ਬਣਾਉਣਾ ਚਾਹਿਆ, ਪਰ ਰਤਨ ਚੰਦ ਜਿਹੜਾ ਅਜੇ ਮਹਾਰਾਜ ਉਹਦੇ ਨਾਲ ਥੋੜਾ ਹੋਰ ਸਮਾਂ ਖੇਲਣਾ ਚਾਹੁੰਦੇ, ਉਹਦੇ ਵੱਲ ਨੂੰ ਤੀਰ ਚਲਾਇਆ ਹੈ। ਸੋਹਾ ਲਗਾਇਓ ਤੁਰੰਗ ਕੋ ਕਾਵਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਤੀਰ ਦਰਅਸਲ ਨਿਸ਼ਾਨਾ ਬਣਾ ਕੇ ਚਲਾਇਆ ਸੀ, ਪਰ ਘੋੜੇ ਨੂੰ ਜਾ ਲੱਗਿਆ। ਉਛਰਤ ਕੀ ਛਾਤੀ ਵਿਦ ਗੇਊ। ਇਹ ਤੀਰ ਇੱਕੋ ਹੀ ਚੱਲਿਆ ਹੈ, ਜਿਤਨੇ ਜੰਗ ਹੋਏ ਨੇ ਇਸ ਤਰ੍ਹਾਂ ਦਾ ਤੀਰ ਹੋਰ ਕੋਈ ਨਹੀਂ ਚੱਲਿਆ। ਬਈ ਸਵਾਰ ਨੂੰ ਨਿਸ਼ਾਨਾ ਬਣਾ ਕੇ ਚਲਾਇਆ ਹੋਵੇ ਤੇ ਸਵਾਰ ਨੇ ਘੋੜਾ ਆਪਣਾ ਉਛਾਲਿਆ ਹੋਵੇ ਸਮ ਪਾਸੇ ਕਰਨ ਵਾਸਤੇ, ਤੇ ਉਹ ਤੀਰ ਘੋੜੇ ਦੀ ਸਾਹਮਣੇ ਛਾਤੀ ਵਿੱਚ ਲੱਗਿਆ ਹੋਵੇ ਤੇ ਫਿਰ ਉਛਰਤ ਕੀ ਛਾਤੀ ਵਿਦ ਗੇਊ। ਉਛਲਦੇ ਹੋਏ ਘੋੜੇ ਦੀ ਛਾਤੀ ਨੂੰ ਵਿੰਨ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੀਰ ਨੇ। ਤੇ ਫਿਰ ਇਸ ਦੇ ਨਾਲ ਛਾਤੀ ਤੱਕ ਹੀ ਮਹਿਦੂਦ ਨਹੀਂ ਰਿਹਾ। ਪਾਛਲ ਦਿਸ਼ਾ ਪਾਰ ਸਰ ਭੇਊ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਵੱਡੀ ਲੰਬੀ ਬੇਲ ਦਾ 5-7 ਫੁੱਟ ਲੰਬਾ ਇਹਦਾ ਘੋੜਾ ਸੀ, ਇਸ ਤੋਂ ਜ਼ਿਆਦਾ ਵੀ ਹੋ ਸਕਦਾ, ਕਿਉਂਕਿ ਇਹਨਾਂ ਦੇ ਘੋੜੇ ਆਮ ਘੋੜੇ ਨਹੀਂ ਹੁੰਦੇ ਸੀ, ਬੜੇ ਵੱਡੇ ਵੱਡੇ ਘੋੜੇ ਹੁੰਦੇ ਸੀ। ਇਹ ਹੁਣੇ ਕੱਲ ਹਰਿਆਣੇ ਵਿੱਚ ਦਾਸ ਸਿੱਖ ਪਰਿਵਾਰ 'ਚ ਬੈਠਾ ਤੇ ਉਹਨਾਂ ਨੇ ਘੋੜਿਆਂ ਦਾ ਵੀ ਉਹਨਾਂ ਨੂੰ ਮਹਾਰਾਜ ਨੇ ਸ਼ੌਕ ਦਿੱਤਾ ਹੈ। ਤੇ ਮੈਨੂੰ ਕਹਿਣ ਲੱਗੇ ਘੋੜੇ ਤੇ ਸਵਾਰ ਹੋ। ਮੈਂ ਲਾਗੇ ਜਾ ਕੇ ਘੋੜੇ ਦੇ ਗੋਡਿਆਂ ਤੱਕ ਹੀ ਆਇਆ, ਆਪਣੇ ਆਪ ਨੂੰ ਸਮਝ ਰਿਹਾ ਸੀ ਇੰਨਾ ਵੱਡਾ ਘੋੜਾ। ਤੇ ਫਿਰ ਥੱਲੇ ਉਹਨਾਂ ਨੇ ਕੁਰਸੀ ਰੱਖੀ, ਮੈਨੂੰ ਚੁੱਕਿਆ ਜ਼ਬਰਦਸਤੀ ਤੇ ਮਸਾਂ ਹੀ ਮੈਂ ਘੋੜੇ ਤੱਕ ਪਹੁੰਚਿਆ। ਤੇ ਉੱਤੇ ਬੈਠੇ ਨੂੰ ਵੀ ਡਰ ਲੱਗੇ ਵੀ ਡਿੱਗ ਨਾ ਪਵਾਂ ਕਿਤੇ। ਇੰਨਾ ਵੱਡੇ ਵੱਡੇ ਘੋੜੇ ਉਹਨਾਂ ਦਿਨਾਂ ਵਿੱਚ, ਇਸ ਤੋਂ ਵੀ ਤਕੜੇ ਘੋੜੇ, ਕਿਉਂਕਿ ਮੂਲ ਸਵਾਰੀਆਂ ਘੋੜੇ ਦੀਆਂ ਹੁੰਦੀਆਂ ਸੀ। ਘੋੜਾ ਸਭ ਤੋਂ ਫਾਸਟ ਵਾਹੀਕਲ ਹੁੰਦਾ ਸੀ ਉਹਨਾਂ ਦਿਨਾਂ ਦਾ। ਤੇ ਵੱਡਾ ਲੰਬੀ ਬੇਲ ਦੇ ਘੋੜੇ ਇਹਨਾਂ ਦੇ ਹੁੰਦੇ ਸਨ। ਤੇ ਛਾਤੀ ਵਿੱਚ ਮਹਾਰਾਜ ਜੀ ਦਾ ਤੀਰ ਲੱਗਿਆ। ਗਇਓ ਬੇਗ ਜੁਤ ਸਰਪ ਸਮਾਨਾ, ਰਤਨ ਚੰਦ ਕੋ ਤਾਕ ਚਲਾਵਾ, ਸੋ ਹਿਲ ਗਇਓ ਤੁਰੰਗ ਕੋ ਘਾਵਾ, ਉਛਰਤ ਕੀ ਛਾਤੀ ਬਿਦ ਗਇਓ। ਤੇ ਅੱਗੋਂ ਸੁਣੀਏ, ਪਾਛਲ ਦਿਸ਼ਾ ਪਾਰ ਸਰਕਾਵਾ। ਤੇ ਘੋੜੇ ਦੇ ਪਿਛਲੇ ਪਾਸੇ ਚੱਡਿਆਂ ਵਿੱਚੋਂ ਦੀ ਸਾਹਮਣੇ ਛਾਤੀ ਵਿੱਚ ਲੱਗਿਆ। ਸਾਰਾ ਘੋੜਾ ਚੀਰ ਕੇ ਤੇ ਪਿਛਲੇ ਪਾਸਿਓਂ ਦੀ ਜਾ ਬਾਹਰ ਨਿਕਲਿਆ। ਗਿਰੇ ਉਥਲ ਅਸਹੇਰ ਤਿਖਰੇ। ਔਰ ਜਿਹੜਾ ਸਾਹਮਣੇ ਦੇਖਦਿਆ ਸੀ ਉਹਦਾ ਮੂੰਹ ਖੁੱਲਿਆ ਦਾ ਖੁੱਲਿਆ ਹੀ ਰਹਿ ਗਿਆ। ਉਹਨਾਂ ਨੇ ਅੱਜ ਤੱਕ ਦੇ ਜੀਵਨ ਵਿੱਚ ਇਸ ਤਰ੍ਹਾਂ ਦਾ ਤੀਰ ਚੱਲਦਾ ਹੋਇਆ ਨਹੀਂ ਦੇਖਿਆ। ਨਾ ਰਾਵਣ ਕੋਲੋਂ ਇਹੋ ਜਿਹਾ ਤੀਰ ਚੱਲਿਆ, ਨਾ ਰਾਮ ਕੋਲੋਂ ਚੱਲਿਆ, ਨਾ ਹੋਰਨਾਂ ਕੋਲੋਂ ਚੱਲੇ।
ਜੇ ਚੱਲਿਆ ਹੁੰਦਾ ਤੇ ਮਹਾਕਵੀ ਵਾਲਮੀਕ ਜ਼ਿਕਰ ਜ਼ਰੂਰ ਕਰਦੇ ਔਰ ਉਚੇਚਾ ਉਹਨਾਂ ਜ਼ਿਕਰ ਕਰਨਾ ਸੀ, ਜਿਵੇਂ ਛੋਟੀ ਛੋਟੀ ਘਟਨਾ ਦਾ ਉਹਨਾਂ ਜ਼ਿਕਰ ਕੀਤਾ ਹੈ। ਸ਼੍ਰੀ ਰਾਮ ਦਰਖਤਾਂ ਕੋਲੋਂ ਪੁੱਛਦੇ ਨੇ, ਹੇ ਖਗ ਹੇ ਮਿਰਗ ਯਾਨੀ ਕਿਨ ਦੇਖੀ ਸੀਤਾ ਮਿਰਗ ਨੈਣੀ। ਛੋਟੀ ਛੋਟੀ ਘਟਨਾ ਦਾ ਜ਼ਿਕਰ ਕਰਦੇ ਨੇ। ਤੇ ਜੇ ਇਸ ਤਰ੍ਹਾਂ ਦਾ ਤੀਰ ਰਾਮ ਰਾਵਣ ਦੇ ਯੁੱਧ ਵਿੱਚ ਚੱਲਿਆ ਹੁੰਦਾ ਤੇ ਮਹਾਕਵੀ ਵਾਲਮੀਕ ਜ਼ਰੂਰ ਜ਼ਿਕਰ ਕਰਦੇ, ਮਹਾਕਵੀ ਤੁਲਸੀ ਜ਼ਰੂਰ ਜ਼ਿਕਰ ਕਰਦੇ, ਹੋਰ ਜ਼ਿਕਰ ਕਰਦੇ, ਹੋਰ ਗ੍ਰੰਥਾਂ ਵਿੱਚ ਜ਼ਿਕਰ ਮਿਲਦਾ। ਪਰ ਇਸ ਤਰ੍ਹਾਂ ਦਾ ਤੀਰ ਕਿਧਰੇ ਚੱਲਿਆ ਨਹੀਂ। ਰੂਹੇ ਜ਼ਮੀਨ ਤੇ ਇਹ ਪਹਿਲੀ ਦਫਾ ਇਹ ਤੀਰ ਚੱਲਿਆ, ਜਿਹੜਾ ਘੋੜੇ ਦੀ ਛਾਤੀ ਵਿੱਚ ਲੱਗ ਕੇ ਤੇ ਛਾਤੀ ਵਿੰਨ ਕੇ ਪਿਛਲੇ ਪਾਸੇ ਜਾ ਨਿਕਲਿਆ। ਤੇ ਤੀਰ ਚਲਾਉਣ ਵਾਲਾ ਕੌਣ ਹੈ? ਉਹਨਾਂ ਦਾ ਨਾਮ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੂਰਬੀਰ ਬਚਨ ਕੇ ਬਲੀ। ਐਵੇਂ ਨਹੀਂ ਕਿਹਾ ਭਾਈ ਜੀ ਨੇ ਕਿ ਦਲ ਪੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਇਸ ਤਰ੍ਹਾਂ ਘੋੜੇ ਲੰਬੇ ਦੇ ਵਿੱਚੋਂ ਦੀ ਤੀਰ ਕੱਢਣ ਵਾਲਾ, ਕੋਈ ਦਲਾਂ ਦੇ ਦਲਾਂ ਨੂੰ ਭਜਾ ਦੇਣ ਵਾਲਾ ਸੂਰਮਾ ਕੋਈ ਹੈ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਇਸ ਤਰ੍ਹਾਂ ਰਤਨ ਚੰਦ ਦਾ ਤੀਰ ਖਾ ਕੇ ਘੋੜਾ ਡਿੱਗਿਆ। ਖਾਨ ਬਨ ਕੀ ਸਿਫਤੀ ਕਰੇ। ਅਬਦੁਲ ਖਾਨ ਵੀ ਸਿਫਤ ਕਰਨੋਂ ਨਾ ਰਹਿ ਸਕਿਆ, ਆਖਣ ਲੱਗਾ ਇਹੋ ਜਿਹਾ ਤੀਰ ਚਲਾਉਣ ਵਾਲਾ ਤੇ ਇਹੋ ਜਿਹਾ ਤੀਰ ਤੇ ਇਹੋ ਜਿਹਾ ਨਿਸ਼ਾਨਾ ਤੇ ਇਹੋ ਜਿਹਾ ਜ਼ਖਮ ਦੇਣ ਵਾਲਾ ਤੀਰ ਮੇਰੀਆਂ ਅੱਖੀਆਂ ਨੇ ਪਹਿਲੀ ਵਾਰੀ ਦੇਖਿਆ। ਅਵਾਕ ਰਹਿ ਗਿਆ। ਮੋਸਰ ਕੀ ਇਹ ਤੀਨ ਹੈ ਮਾਰ। ਆਖਣ ਲੱਗਾ ਮੇਰੇ ਤੀਰਾਂ ਦੀ ਮਾਰ ਇਤਨੀ ਨਹੀਂ ਹੈਗੀ ਜਿਤਨੀ ਤੀਰਾਂ ਦੀ ਮਾਰ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਦੀ ਹੈਗੀ ਆ। ਪਰਿਓ ਪਰ ਹੈ ਕੋ ਧਰ ਡਾਰ। ਇਹ ਤਾਂ ਛਾਤੀ ਵਿੱਚ ਵੱਜ ਕੇ ਪਾਰ ਲੰਘ ਕੇ ਚਲਾ ਗਿਆ ਤੇ ਉਹਦਾ ਘੋੜੇ ਦਾ ਸਰੀਰ ਜ਼ਮੀਨ ਤੇ ਡਿੱਗ ਪਿਆ। ਰਤਨ ਚੰਦ ਗਿਰ ਪਰਿਓ ਸੰਭਾਰਾ। ਤੇ ਜਿਉਂ ਘੋੜਾ ਡਿੱਗਿਆ ਪਿਛਾਂਹ ਨੂੰ ਘੁੰਮਣ ਘੇਰੀਆਂ ਖਾ ਕੇ ਤੇ ਰਤਨ ਚੰਦ ਵੀ ਘੋੜੇ ਤੋਂ ਡਿੱਗ ਪਿਆ। ਕਰਮ ਚੰਦ ਤਬ ਪਇਓ ਅਗਾਰਾ। ਆਪਣੇ ਆਪ ਨੂੰ ਰਤਨ ਚੰਦ ਨੇ ਕਿਸੇ ਤਰ੍ਹਾਂ ਸੰਭਾਲਿਆ ਤੇ ਕਰਮ ਚੰਦ ਵੀ ਦੌੜ ਕੇ ਅੱਗੇ ਆ ਪਿਆ। ਹਤਿਓ ਤੀਰ ਗੁਰ ਕੇ ਹੈ ਲਾਗਾ। ਉਸਨੇ ਵੀ ਪੂਰਾ ਜ਼ੋਰ ਲਗਾ ਕੇ ਪੂਰਾ ਕਮਾਨ ਖਿੱਚ ਕੇ ਜਿੰਨੀ ਤਾਕਤ ਸੀ ਸਾਰੀ ਇਕੱਠੀ ਕਰਕੇ ਤੀਰ ਚਲਾਇਆ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੀ ਗਰਦਨ ਵਿੱਚ ਆ ਲੱਗਾ। ਘਾਬ ਗਰੀਬ ਮੈਂ ਗਿਰਿਓ ਨ ਆਗਾ। ਭਾਵੇਂ ਜ਼ਖਮ ਹੋ ਗਿਆ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੀ ਗਰਦਨ ਵਿੱਚ ਤੀਰ ਖੁੱਭ ਗਿਆ, ਪਰ ਘੋੜੇ ਨੇ ਪਰਵਾਹ ਨਹੀਂ ਕੀਤੀ। ਇਹਦਾ ਮਤਲਬ ਐਨੀ ਵੱਡੀ ਮਾਰ ਵਾਲਾ ਤੀਰ ਨਹੀਂ ਸੀ ਉਸਦਾ। ਐਚ ਗੁਰੂ ਨੇ ਤੀਰ ਨਿਕਾਰਾ। ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਗਰਦਨ ਤੇ ਥਾਪੜਾ ਦਿੰਦੇ ਹੋਏ ਖਿੱਚ ਕੇ ਤੀਰ ਬਾਹਰ ਕੱਢ ਦਿੱਤਾ। ਐ ਛੇੜਿਓ ਜਿਸ ਮਹਿਬਲ ਭਾਰਾ। ਤੇ ਉਸ ਆਪਣੇ ਘੋੜੇ ਨੂੰ ਅੱਡੀ ਲਗਾਈ ਜਿਹਦਾ ਬਹੁਤ ਬਲ ਹੈ, ਭਾਰਾ ਬਲਸ਼ਾਲੀ ਘੋੜਾ ਹੈ ਮਹਾਰਾਜ ਜੀ ਦਾ। ਪ੍ਰਥਮ ਸਮਾਨ ਉਠਿਓ ਕਰ ਛਾਲ। ਤੇ ਗੁਰੂ ਸਾਹਿਬ ਜੀ ਦਾ ਘੋੜਾ ਪਹਿਲਾਂ ਦੀ ਤਰ੍ਹਾਂ ਹੀ ਛਾਲ ਮਾਰ ਕੇ ਫੇਰ ਚੱਲ ਪਿਆ। ਜਾਤ ਗਰੀਬ ਤੇ ਰੁਧਰ ਵਿਸਾਲ। ਤੇ ਉਹਦੀ ਗਰਦਨ ਚੋਂ ਪਰ ਘੋੜੇ ਦੀ ਚੋਂ ਖੂਨ ਦੀ ਧਾਰਾ ਵਗ ਰਹੀ ਹੈ। ਸਤਿਗੁਰ ਕੇ ਰਿਸ ਉਪਜੀ ਮਹਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਿਰਦੇ 'ਚ ਬਹੁਤ ਵੀਰ ਰਸ ਪੈਦਾ ਹੋਇਆ। ਨਿਜ ਵਾਹਨ ਕੇ ਸ੍ਰੋਣਤ ਲਹਾ। ਜਦੋਂ ਮਹਾਰਾਜ ਜੀ ਨੇ ਆਪਣੇ ਘੋੜੇ ਦਾ ਖੂਨ ਡੁੱਲਦਾ ਹੋਇਆ ਦੇਖਿਆ, ਧਨੁਕ ਸਿਖਾਂਦੀ ਤਰਿਓ ਤਿਸ ਕਾਲਾ। ਮਹਾਰਾਜ ਜੀ ਦਾ ਬਚਾ ਦੇਣਾ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਜਦ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਘੋੜੇ ਦਾ ਖੂਨ ਡੁੱਲਦਾ ਹੋਇਆ ਦੇਖਿਆ ਤਾਂ ਧਨਕ ਸਿਕੰਦ ਧਰਿਓ ਤਿਸ ਕਾਲਾ। ਜਿਹੜਾ ਵੱਡਾ ਬਲਸ਼ਾਲੀ ਧਨੁਸ਼ ਸੀ ਆਪਣੇ ਮੋਢੇ ਤੇ ਉਸ ਵੇਲੇ ਰੱਖ ਲਿਆ। ਐ ਜੋ ਤੂਰਨ ਖੜਗ ਕਰਾਲਾ। ਤੇ ਵੱਡਾ ਦੁਸ਼ਟਾਂ ਨੂੰ ਭੈ ਦੇਣ ਵਾਲਾ ਤੇ ਸਿੱਖਾਂ ਨੂੰ ਧੀਰਜ ਦੇਣ ਵਾਲਾ ਵੱਡਾ ਖੜਗ
महाराज जी ने म्यान चो बाहर कढ़ लिया। दर बड़ाए घोरा तब छेरा। ते सड़पट घोड़ा महाराज जी दा दड़ दड़ करदा होया दौड़िया करमचंद वाल नूं। करमचंद को तत छिन घेरा। ते जाके उसे वेले करमचंद नूं जेड़ा दीवान चंदू दा पुत्र है जा घेरिया महाराज जी ने। दारुण गुर स्वरूप जब हेरा। ਜਦੋਂ महाराज जी दा इसने दारुण, बंगाली विच दारुण दा मतलब है बहुत सोहना, बड़ा खूबसूरत, ਇਹਦਾ ਭਿਆਨਕ ਵੀ ਅਰਥ ਕਰਦੇ। ਤੇ ਭਿਆਨਕ ਉਹਨਾਂ ਵਾਸਤੇ ਹੈ ਜੋ ਪਾਪੀ ਨੇ, ਸੋ ਡਰੇ ਜੇ ਪਾਪ ਕਮਾਵੰਦਾ। ਜਦ ਮਹਾਰਾਜ ਜੀ ਦਾ ਸੋਹਣਾ ਸਰੂਪ ਇਸ ਨੂੰ ਵੱਡਾ ਭਿਆਨਕ ਦਿਖਾਈ ਪਿਆ। ਜੀਵਨ ਤੇ ਨਿਰਾਸ ਤਿਸ ਵੇਰਾ। ਮਹਾਰਾਜ ਨੂੰ ਦੇਖ ਕੇ ਹੀ ਮੂੰਹ ਪੀਲਾ ਹੋ ਗਿਆ, ਰੰਗ ਉੱਡ ਗਿਆ ਤੇ ਆਖਣ ਲੱਗਾ ਲੈ ਇਹ ਤਾਂ ਮੇਰੀ ਮੌਤ ਆ ਗਈ ਹੈ। ਪ੍ਰੇਰਿਤ ਦੁਰੰਗ ਸਿਪਰ ਗਏ ਹੱਥ। ਆਪਣੇ ਘੋੜੇ ਨੂੰ ਇੱਧਰ ਉੱਧਰ ਪ੍ਰੇਰ ਰਿਹਾ ਤੇ ਢਾਲ ਹੱਥ ਵਿੱਚ ਪਕੜੀ ਹੈ ਜੋ ਖੜਗ ਕੋਪ ਕੇ ਸਾਥ। ਬੜੇ ਕ੍ਰੋਧ ਨਾਲ ਇਹਨੇ ਵੀ ਆਪਣਾ ਖੜਗ ਕੱਢ ਲਿਆ ਹੈ। ਗੁਰ ਨੇ ਫਿਰ ਚੋ ਗਿਰਦ ਦਬਾਇਓ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਧਰ ਨੂੰ ਇਹ ਘੋੜਾ ਮੋੜ ਕੇ ਜਾਣਾ ਚਾਹੁੰਦਾ ਅੱਗੋਂ ਰੋਕ ਲੈਂਦੇ। ਚਾਰੋਂ ਪਾਸਿਆਂ ਇਹਨੂੰ ਦਬਾ ਪਾਇਆ, ਦਬਾ ਲਿਆ। ਜਾਣਿਓ ਤਬੈ ਕਾਲ ਨਿਹਰਾਇਓ। ਫਿਰ ਇਸ ਨੂੰ ਪਤਾ ਚੱਲ ਗਿਆ ਵੀ ਮੇਰੀ ਮੌਤ ਜਿਹੜੀ ਇਹ ਨੇੜੇ ਆ ਗਈ ਹੈ। ਰਤਨ ਚਾਂਦ ਅਰ ਬਲੀ ਨਵਾਬ। ਬੜਾ ਬਲੀ ਆਪਣੇ ਆਪ ਨੂੰ ਨਵਾਬ ਸਮਝਦਾ ਤੇ ਰਤਨ ਚੰਦ ਵੀ। ਦੀਨਸ ਤਿਨ ਤੇ ਪ੍ਰਿਥਕ ਸਿਤਾਬ। ਉਹਨਾਂ ਦੋਹਾਂ ਤੋਂ ਮਹਾਰਾਜ ਜੀ ਨੇ ਇਹਨੂੰ ਵੱਖਰਾ ਕਰ ਲਿਆ। ਬਲ ਕਰ ਗੁਰ ਨੇ ਖੜਗ ਪ੍ਰਹਾਰਾ। ਤੇ ਫੇਰ ਹੱਸਦਿਆਂ ਹੋਇਆਂ ਨੇ ਵੱਡਾ ਖੜਗ ਵੱਡੇ ਬਲ ਨਾਲ ਪ੍ਰਹਾਰ ਕੀਤਾ, ਚਲਾਇਆ। ਕਰੀ ਸਿਪਰ ਆ ਗਏ ਤਿਸ ਬਾਰਾ। ਇਸ ਨੇ ਆਪਣੀ ਢਾਲ ਅੱਗੇ ਕਰ ਲਈ ਹੈ। ਜਬ ਹੈ ਵਾਰ ਤੇ ਅੰਗ ਬਚਾਵਾ। ਮਹਾਰਾਜ ਜੀ ਦੇ ਵਾਰ ਤੋਂ ਇਹਨੇ ਆਪਣਾ ਮੁੱਖ ਅੰਗ ਗਰਦਨ ਬਚਾ ਲਈ। ਤਬ ਤੁਰੰਗ ਸਿਰ ਕਾਟ ਗਿਰਾਵਾ। ਮਹਾਰਾਜ ਜੀ ਦਾ ਖੜਗ ਵੀ ਐਸਾ ਚੱਲਿਆ ਸੀ, ਇਹਨੇ ਤਾਂ ਗਰਦਨ ਬਚਾ ਲਈ, ਪਿਛਾਂਹ ਨੂੰ ਹੋ ਗਿਆ ਤੇ ਮਹਾਰਾਜ ਜੀ ਦਾ ਖੜਗ ਇਹਦੇ ਘੋੜੇ ਦੀ ਗਰਦਨ ਤੇ ਚੱਲ ਗਿਆ ਤੇ ਉਹਦਾ ਸਿਰ ਘੋੜੇ ਦਾ ਕੱਟ ਕੇ ਜ਼ਮੀਨ ਤੇ ਡਿੱਗ ਪਿਆ। ਗਿਰ ਕਰ ਕਰਮ ਚੰਦ ਹੋਏ ਖਰਿਓ। ਤੇ ਘੋੜੇ ਤੋਂ ਡਿੱਗ ਪਿਆ। ਇਸ ਤਰ੍ਹਾਂ ਦੇਖਣ ਨੂੰ ਲੱਗ ਰਿਹਾ ਸੀ ਜਿਵੇਂ ਕਿਸੇ ਵੱਡੇ ਪਹਾੜ ਚੋਂ ਖੂਨ ਦਾ ਝਰਨਾ ਚੱਲ ਰਿਹਾ। ਜਦ ਮਹਾਰਾਜ ਜੀ ਦੇ ਖੜਗ ਨਾਲ ਇਹਦੇ ਘੋੜੇ ਦੀ ਗਰਦਨ ਪੂਰੀ ਕੱਟੀ ਗਈ, ਘੋੜੇ ਦਾ ਸਿਰ ਥੱਲੇ ਜਾ ਡਿੱਗਿਆ ਤੇ ਗਰਦਨ ਵਿੱਚੋਂ ਖੂਨ ਦਾ ਵੱਡਾ ਫੁਹਾਰਾ ਚੱਲਿਆ। ਇਹ ਘੋੜਾ ਡਿੱਗਿਆ ਤੇ ਇਹ ਵੀ ਡਿੱਗ ਪਿਆ, ਪਰ ਇਹਨੇ ਫਿਰ ਆਪਣੇ ਆਪ ਨੂੰ ਸੰਭਾਲਿਆ, ਖੜਾ ਕੀਤਾ। ਰਤਨ ਚਾਂਦ ਟਿਕ ਆਵਨ ਕਰਿਓ। ਇਹਦੇ ਕੋਲ ਰਤਨ ਚੰਦ ਵੀ ਆ ਪਹੁੰਚਿਆ ਇਹਦੀ ਮਦਦ ਤੇ। ਦੋਨੋਂ ਬਿਨ ਹੈ ਤੇ ਹੋਏ ਖਰੇ। ਦੋਵੇਂ ਘੋੜਿਆਂ ਤੋਂ ਬਿਨਾ ਮਹਾਰਾਜ ਜੀਆਂ ਦੇ ਸਾਹਮਣੇ ਖੜੇ ਹਨ। ਵਿਖ ਨਵਾਬ ਆਇਓ ਰਿਸ ਧਰੇ। ਤੇ ਨਵਾਬ ਵੀ ਦੇਖ ਕੇ ਬੜਾ ਕ੍ਰੋਧਿਤ ਹੋ ਕੇ ਆਇਆ ਹੈ। ਤੀਨੋਂ ਤੀਰ ਚਲਾਵਤ ਆਗੇ। ਤਿੰਨੇ ਹੀ ਮਹਾਰਾਜ ਜੀਆਂ ਦਾ ਨਿਸ਼ਾਨਾ ਬਣਾ ਕੇ ਤੀਰ ਚਲਾ ਰਹੇ ਹਨ। ਗੁਰ ਤੁਰੰਗ ਕੈ ਬਹੁਤੇ ਲਾਗੇ। ਉਹਨਾਂ ਚੋਂ ਬਹੁਤੇ ਘੋੜੇ ਦੇ ਸਰੀਰ ਤੇ ਤੀਰ ਲੱਗ ਗਏ। ਅੰਗ ਅੰਗ ਵਿਦਿਓ ਜਿਸ ਕੇਰਾ। ਸਤਿਗੁਰੂ ਪਾਤਸ਼ਾਹ ਜੀ ਦਾ ਕੋਈ ਅੰਗ ਨਹੀਂ ਵਿੰਨਿਆ ਗਿਆ, ਪਰ ਘੋੜੇ ਦਾ ਅੰਗ ਅੰਗ ਰੋਮ ਰੋਮ ਵਿੰਨਿਆ ਗਿਆ ਹੈ। ਰਿਸ ਧਰ ਗੁਰ ਨਵਾਬ ਕੋ ਹੇਰਾ। ਵੀਰ ਰਸ ਨਾਲ ਭਰ ਕੇ ਸਤਿਗੁਰੂ ਜੀ ਨੇ ਅਬਦੁਲ ਖਾਨ ਵੱਲ ਦੇਖਿਆ। ਹਰ ਖਪਰਾ ਤਨ ਐਚ ਚਲਾਇਓ। ਤੇ ਫਿਰ ਆਪਣਾ ਤਿੱਖਾ ਖਪਰਾ ਵੱਡਾ ਤੀਰ ਖਿੱਚ ਕੇ ਚਲਾਉਣਾ ਕੀਤਾ ਹੈ। ਗਇਓ ਬੇਗ ਤੇ ਜਨ ਅਹਤਾਇਓ। ਔਰ ਇਸ ਤਰ੍ਹਾਂ ਦੇ ਨਾਲ ਤੇਜ਼ੀ ਨਾਲ ਚੱਲਿਆ ਜਿਵੇਂ ਸੱਪ ਸੂਕਦਾ ਹੋਇਆ ਜਾਂਦਾ ਹੈ। ਵਿਚਰਤ ਸੂਬੇ ਕੋ ਹੈ ਭਾਰਾ। ਸੂਬੇ ਦਾ ਵੀ ਘੋੜਾ ਬਹੁਤ ਬਲਸ਼ਾਲੀ ਹੈ ਤੇ ਤਕੜਾ ਹੈ ਤੇ ਇਧਰ ਉਧਰ ਉਹ ਦੌੜਾ ਰਿਹਾ, ਵਿਚਰਨ ਕਰ ਰਿਹਾ। ਲੱਗਿਓ ਜਾਏ ਤੈ ਭਾਲ ਮਝਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਤੀਰ ਅਬਦੁਲ ਖਾਨ ਨੇ ਆਪਣੇ ਘੋੜੇ ਦੇ ਮੱਥੇ ਤੇ ਵੀ ਕੋਈ ਨਾ ਕੋਈ ਫੌਲਾਦ ਜ਼ਰੂਰ ਬੰਨਿਆ ਹੋਵੇ, ਕਿਉਂਕਿ ਇਹਨਾਂ ਦਾ ਇਸ ਤਰ੍ਹਾਂ ਦਾ ਉਦੋਂ ਜੰਗ ਕਰਨ ਦਾ ਤਰੀਕਾ ਹੁੰਦਾ ਸੀ। ਜੇ ਬੰਨਿਆ ਵੀ ਹੈ ਤੇ ਬਾਵਜੂਦ ਉਸਦੇ ਮਹਾਰਾਜ ਜੀ ਦਾ ਭਾਰਾ ਤਿੱਖਾ ਖਪਰਾ ਤੀਰ
ਅਬਦੁਲ ਖਾਨ ਦੇ ਘੋੜੇ ਦੇ ਮੱਥੇ ਵਿੱਚ ਜਾ ਲੱਗਿਆ। ਧੜ ਅਵਨੀ ਪਰ ਗਿਰਿਓ ਤੁਰੰਗ, ਦੌੜ ਕਰਦਾ ਹੋਇਆ ਘੋੜਾ ਜ਼ਮੀਨ ਤੇ ਡਿੱਗ ਪਿਆ ਮਹਾਰਾਜ ਜੀ ਦਾ ਤੀਰ ਖਾ ਕੇ। ਖਰੋ ਨਵਾਬ ਸੰਭਾਰਿਓ ਅੰਗ, ਤੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲਦਿਆਂ ਹੋਇਆ ਨਵਾਬ ਖੜਾ ਹੋਇਆ। ਤਬ ਤੀਨੋਂ ਕੇ ਰਿਸਬੋ ਛਾਈ, ਤੇ ਤਿੰਨਾਂ ਦੇ ਹੀ ਕਰਮਚੰਦ, ਰਤਨ ਚੰਦ ਤੇ ਅਬਦੁਲ ਖਾਨ ਦੇ ਮਨ ਵਿੱਚ ਬੜਾ ਕ੍ਰੋਧ ਭਰਿਆ। ਚਹਤ ਗੁਰੂ ਕੋ ਹੈ ਤੇ ਘਾਈ, ਆਖਣ ਲੱਗੇ ਮਹਾਰਾਜ ਜੀ ਦਾ ਘੋੜਾ ਹੀ ਮਾਰ ਦੇਵੀਏ। ਜੋਰ ਜੋਰ ਤੀਨੋਂ ਸਰ ਮਾਰੇ, ਉਹਨਾਂ ਤਿੰਨਾਂ ਨੇ ਜੋੜ ਜੋੜ ਕੇ ਚਲਾ ਚਲਾ ਕੇ ਬਹੁਤ ਵੱਡੇ ਵੱਡੇ ਤੀਰ ਚਲਾਏ। ਦੀਦੇ ਅੰਗ ਤੁਰੰਗਮ ਸਾਰੇ, ਮਹਾਰਾਜ ਜੀ ਦੇ ਘੋੜੇ ਦੇ ਸਾਰੇ ਅੰਗ ਵਿੰਨੇ ਗਏ। ਤਬ ਤੀਨੋਂ ਤੇ ਛੁਟ ਕਰ ਤੀਰ, ਫਿਰ ਉਹਨਾਂ ਤੋਂ ਤਿੰਨਾਂ ਤੋਂ ਤੀਰ ਚੱਲੇ। ਲਗੇ ਭਾਲ ਹੈ ਕਿ ਬੜ ਪੀਰ, ਵੱਡੇ ਵੀਰ ਘੋੜੇ ਦੇ ਮਸਤਕ ਵਿੱਚ ਆ ਲੱਗੇ। ਗਿਰ ਤਰਨੀ ਪਰ ਸੁਰਗ ਸਿਧਾਰਾ, ਮਹਾਰਾਜ ਜੀ ਦਾ ਘੋੜਾ ਜ਼ਮੀਨ ਤੇ ਡਿੱਗਿਆ ਤੇ ਪਰਲੋਕ ਗਮਨ ਕਰ ਗਿਆ। ਗੁਰ ਤਰ ਰਹਿਓ ਭਾਗ ਜਿਸ ਭਾਰਾ, ਭਾਈ ਸਾਹਿਬ ਕਹਿੰਦੇ ਨੇ ਇਸ ਘੋੜੇ ਦੇ ਵੀ ਵੱਡੇ ਭਾਗ ਨੇ। ਇਸ ਘੋੜੇ ਦੇ ਵੀ ਚਰਨ ਚੁੰਮਣੇ ਚਾਹੀਦੇ ਨੇ, ਜਿਹੜਾ ਦਲ ਪੰਜਾਂ ਗੁਰੂ ਸੂਰਮੇ ਦੀ ਸਵਾਰੀ ਬਣਦਾ ਰਿਹਾ। ਮਹਾਰਾਜ ਦੇ ਚਰਨਾਂ ਦੀ ਅੱਡੀ ਇਸ ਨੂੰ ਲੱਗਦੀ ਰਹੀ। ਮਹਾਰਾਜ ਇਹਦੀ ਲਗਾਮ ਹੱਥਾਂ ਨਾਲ ਆਪ ਪਕੜਦੇ ਰਹੇ, ਆਪ ਥਾਪੜਾ ਦਿੰਦੇ ਰਹੇ। ਇਹ ਵੱਡਿਆਂ ਭਾਗਾਂ ਵਾਲਾ ਘੋੜਾ ਸੀ ਜੋ ਮਹਾਰਾਜ ਜੀ ਦੀ ਸਵਾਰੀ ਬਣ ਕੇ ਰਿਹਾ, ਮਹਾਰਾਜ ਜੀ ਦੇ ਹੇਠਾਂ ਰਿਹਾ ਤੇ ਮਹਾਰਾਜ ਨੂੰ ਆਪਣੀ ਪਿੱਠ ਤੇ ਇੱਧਰ ਉੱਧਰ ਲੈ ਜਾਂਦਾ ਰਿਹਾ। ਇਹ ਵੱਡਿਆਂ ਭਾਗਾਂ ਵਾਲਾ ਘੋੜਾ ਪਰਲੋਕ ਗਮਨ ਕਰ ਗਿਆ। ਸ੍ਰੀ ਹਰਿ ਗੋਬਿੰਦ ਬੜ ਬਲ ਜੋਧਾ, ਵੱਡੇ ਬਲਸ਼ਾਲੀ ਵੱਡੇ ਸੂਰਮੇ ਯੋਧੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਵੱਧ ਕੇ ਭਾਰ ਖਰੋ ਉਰ ਕ੍ਰੋਧਾ, ਵੀਰ ਰਸ ਨਾਲ ਭਰੇ ਹੋਏ ਨੇ ਤੇ ਚਰਨ ਕਮਲਾਂ ਦੇ ਭਾਰ ਭਾਵ ਜ਼ਮੀਨ ਤੇ ਆ ਖੜੇ ਹਨ। ਮਨੋ ਦਾਹਬੇ ਜਗਤ ਅਸੇਖ, ਇਸ ਤਰ੍ਹਾਂ ਲੱਗਦਾ ਜਿਵੇਂ ਸਾਰੇ ਜਗਤ ਨੂੰ ਸਾੜਨ ਵਾਸਤੇ ਬਨਿਓ ਰੁਦਰ ਕੋ ਰੁਦਰ ਹੈ ਵੇਖ, ਜਿਵੇਂ ਸ਼ਿਵ ਜੀ ਦਾ ਰੁਦਰ ਰੂਪ ਬਣਿਆ ਹੋਵੇ ਨਾ, ਇਹਨਾਂ ਨੂੰ ਇਸ ਤਰ੍ਹਾਂ ਦਿਖਾਈ ਪਾ ਰਿਹਾ। ਮਹਾਰਾਜ ਤੇ ਸ਼ਾਂਤ ਮੂਰਤ ਹਨ, ਨਿਰਵੈਰ ਹਿਰਦਾ ਹੈ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ। ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ, ਜਿਉ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਭਾਲੀਐ ਤਿਹੋ ਵੇਖਾਲ। ਇਹਨਾਂ ਨੂੰ ਇਸ ਤਰ੍ਹਾਂ ਮਹਾਰਾਜ ਜੀ ਦਾ ਰੂਪ ਵਿਕਰਾਲ ਦਿਖ ਰਿਹਾ। ਇਹ ਭੈਭੀਤ ਹੋ ਰਹੇ ਹਨ। ਵਿਧੀ ਚੰਦ ਆਦਿਕ ਪਟ ਭਾਰੇ, ਬਾਬਾ ਵਿਧੀ ਚੰਦ ਸਾਹਿਬ ਤੇ ਹੋਰ ਵੱਡੇ ਸੂਰਮੇ ਲੜਤ ਤੁਰਕ ਕੁਛ ਅੰਤਰ ਧਾਰੇ, ਫੌਜ ਨਾਲ ਲੜ ਰਹੇ ਨੇ ਪਰ ਮਹਾਰਾਜ ਜੀ ਨਾਲੋਂ ਕੁਝ ਦੂਰੀ ਤੇ ਹਨ। ਲਖਿਓ ਨਾ ਗੁਰ ਕੋ ਹੈ ਮਰ ਗਇਓ, ਇਹਨਾਂ ਨੂੰ ਅਜੇ ਪਤਾ ਨਹੀਂ ਚੱਲਿਆ ਵੀ ਮਹਾਰਾਜ ਜੀ ਦਾ ਘੋੜਾ ਪਰਲੋਕ ਗਮਨ ਕਰ ਗਿਆ ਹੈ। ਰੁਕੇ ਤਿਸੀ ਦਿਸ ਰਣ ਬਹੁ ਕੀਓ, ਉੱਥੇ ਹੀ ਆਪ ਜਿਹੜਾ ਹੈ ਰਣ ਕਰ ਰਹੇ, ਜੰਗ ਕਰ ਰਹੇ ਹਨ। ਕੁਛ ਕਤੀ ਮਰ ਜਗ ਪਸਰਨ ਲਾਗਿਓ, ਇਤਨੇ ਨੂੰ ਕੁਝ ਹਨੇਰਾ ਹੋਣ ਲੱਗ ਪਿਆ, ਸੂਰਜ ਡੁੱਬਣ ਵਾਲਾ ਹੋ ਗਿਆ। ਅਥਿਓ ਸੂਰ ਸੁਰਨ ਰਿਸ ਜਾਗਿਓ, ਸੂਰਮਾ ਸੂਰਜ ਡੁੱਬਦਾ ਜਾ ਰਿਹਾ, ਇੱਧਰ ਸੂਰਮਿਆਂ ਦੇ ਮਨ ਵਿੱਚ ਰਿਸ ਵੱਧਦਾ ਜਾ ਰਿਹਾ ਹੈ। ਉਤ ਨਵਾਬ ਜੁਤ ਚਾਹਤ ਸਾਰੇ, ਉਧਰ ਨਵਾਬ ਸਮੇਤ ਕਰਮ ਚੰਦ, ਰਤਨ ਚੰਦ ਤੇ ਉਹਨਾਂ ਦੀ ਸੈਨਾ ਸਾਰੀ ਇਹ ਚਾਹ ਰਹੇ ਹਨ। ਨਿਸਤੇ ਪ੍ਰਥਮ ਲਹਿ ਗੁਰ ਮਾਰੇ, ਇਹ ਰਾਤ ਪੈਣ ਤੋਂ ਪਹਿਲਾਂ ਹੀ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰ ਲੈਣਾ। ਹੁਣ ਘੋੜਾ ਮਾਰ ਦਿੱਤਾ, ਹੁਣ ਇਹਨਾਂ ਨੂੰ ਕਿੱਥੇ ਛੱਡਣਾ ਹੈ। ਇਤ ਸਤ ਗੁਰ ਉਰ ਇਹ ਅਬਲਾਸਾ, ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਅਭਿਲਾਸ਼ਾ ਦੇਖ ਕੇ ਪ੍ਰਥਮ ਤਿਮਰ ਤੇ ਰਿਪਨ ਬਿਨਾਸਾ, ਮਹਾਰਾਜ ਵੀ ਸੋਚਣ ਲੱਗੇ ਵੀ ਕੋਈ ਗੱਲ ਨਹੀਂ, ਤੁਸੀਂ ਤਾਂ ਇਹ ਸੋਚਦੇ ਹੋ, ਪਰ ਇਹਨਾਂ ਨੂੰ ਪਤਾ ਨਹੀਂ ਵੀ ਸ਼ਾਮ ਪੈਣ ਤੋਂ ਪਹਿਲਾਂ ਹੀ ਸਾਡੇ ਜੀਵਨ ਦਾ ਸੂਰਜ ਗਰੂਬ ਹੋ ਜਾਣਾ ਹੈ। ਹੱਥ ਕੈ ਸਤਰੂ ਚਿੰਤ ਕੋ ਖੋਏ, ਔਰ ਇਸ ਤਰ੍ਹਾਂ ਦੇ ਨਾਲ ਹੱਥ ਕੈ ਸਤਰੂ ਚਿੰਤ ਕੋ ਖੋਏ। ਇਹ ਕਹਿੰਦੇ ਨੇ ਵੀ ਅਸੀਂ ਆਪਣੇ ਦੁਸ਼ਮਣ ਮਹਾਰਾਜ ਜੀ ਨੂੰ ਦੁਸ਼ਮਣ ਸਮਝਦੇ ਨੇ, ਵੀ ਅਸੀਂ ਰਾਤ ਨੂੰ ਇਹਨਾਂ ਨੂੰ ਮਾਰ ਕੇ ਨਿਸ਼ਚਿੰਤ ਹੋ ਕੇ ਰੈਣ ਵਿਖੈ ਸੁਖ ਸੋ ਪੁਣ ਸੋਏ। ਮਹਾਰਾਜ ਸੱਚੇ ਪਾਤਸ਼ਾਹ ਵੀ ਇਹੀ ਚਾਹ ਰਹੇ ਨੇ ਵੀ ਹੁਣ ਇਹਨਾਂ ਦਾ ਕੰਮ ਮੁਕਾ ਕੇ
ਫਿਰ ਹੀ ਆਰਾਮ ਕਰਾਂਗੇ। ਦੁਨਹਨ ਕੀ ਸੈਨਾ ਉਤਲਰੈ, ਦੋਹਾਂ ਪਾਸਿਆਂ ਦੀ ਸੈਨਾ ਲੜ ਰਹੀ ਹੈ। ਸ਼ਸਤਰ ਪ੍ਰਹਾਰਤ ਮਾਰਤ ਮਰੈ, ਸ਼ਸਤਰ ਚੱਲਦੇ ਪਏ ਨੇ ਤੇ ਮਰਦੇ ਮਾਰਦੇ ਪਏ ਹਨ। ਇਤ ਸੈਨਾ ਕੇ ਮੁਖ ਸਿਰਦਾਰ, ਇੱਧਰ ਇਹ ਤਿੰਨੇ ਹੀ ਆਪਣੀ ਸੈਨਾ ਦੇ ਮੁੱਖ ਸੈਨਾਪਤੀ ਹਨ। ਮਾਚਿਓ ਜੰਗ ਮਹਾ ਬਿਕਰਾਰ, ਬੜਾ ਭਿਆਨਕ ਜੰਗ ਮਚਿਆ ਹੋਇਆ ਹੈ। ਤਬ ਤੀਨੋਂ ਨੇ ਹਿਰਦੇ ਵਿਚਾਰੇ, ਇਹਨਾਂ ਤਿੰਨਾਂ ਨੇ ਵਿਚਾਰ ਕੀਤੀ ਆਪਣੇ ਦਿਲ ਵਿੱਚ। ਮਿਲ ਆਪਸ ਮੈਂ ਬਾਕ ਉਚਾਰੇ, ਤਿੰਨਾਂ ਨੇ ਆਪਸ ਵਿੱਚ ਇੱਕ ਦੂਜੇ ਨੂੰ ਆਖਿਆ, ਕਰਨੀ ਬਿਲਮ ਨ ਆਛੀ ਹਮੈ, ਆਖਣ ਲੱਗੇ ਹੁਣ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ। ਗੁਰ ਇੱਕ ਹਮ ਤੀਨੋਂ ਇਹ ਸਮੈ, ਇਹ ਗੁਰੂ ਕੱਲਾ ਹੀ ਹੈ, ਅਸੀਂ ਤਿੰਨ ਹੈਗੇ। ਸਾਡੇ ਤਿੰਨਾਂ ਦੇ ਸਾਹਮਣੇ ਕੱਲੇ ਕੀ ਕਰ ਲੈਣਗੇ? ਘੋੜਾ ਤਾਂ ਮਾਰ ਦਿੱਤਾ ਹੈ, ਹੁਣ ਇਹਨਾਂ ਨੂੰ ਵੀ ਨਹੀਂ ਛੱਡਣਾ। ਇਸ ਤਰ੍ਹਾਂ ਇਹ ਕੂੜੇ ਕੂੜ ਜਿਹੜਾ ਕਪਟ ਹੈ ਵਿਚਾਰਦੇ ਪਏ। ਪਰ ਦੇਖੋ ਬਣਦਾ ਕੀ ਹੈ। ਬਾਕੀ ਵਿਚਾਰ ਆਪ ਕੱਲ ਸਰਵਣ ਕਰੋਗੇ। ਸਤਿਗੁਰੂ ਪਾਤਸ਼ਾਹ ਮਿਹਰਾਂ ਕਰ ਦੇਵਣ। ਬੜੇ ਪ੍ਰੇਮ ਤੇ ਸਤਿਕਾਰ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਬਹੁਤ ਸਾਰੀ ਸੇਵਾ ਸੰਗਤਾਂ ਵੱਲੋਂ ਤਖਤ ਸਾਹਿਬ ਵਿਖੇ ਆਈ ਹੈ। ਭਾਈ ਨੰਦ ਕਿਸ਼ੋਰ ਜੀ ਪਰਿਵਾਰ ਨੇ 10 ਲੱਖ ਦਮੜਾ ਤਖਤ ਸਾਹਿਬ ਦੀ ਸੇਵਾ 'ਚ ਭੇਜਿਆ। ਇਸੇ ਤਰ੍ਹਾਂ ਸਰਦਾਰ ਸੁਖਪਾਲ ਸਿੰਘ ਜੀ, ਬੀਬੀ ਭੁਪਿੰਦਰ ਕੌਰ ਜੀ 10 ਲੱਖ ਦਮੜਾ ਉਹਨਾਂ ਨੇ ਭੇਜਿਆ ਹੈ। 1.25 ਲੱਖ ਦਮੜਾ ਅੱਜ ਨਾਨਕਸਰ ਸ਼ਾਹੀ ਠਾਠ ਨਕੋਦਰ ਵਾਲੇ ਮਹਾਂਪੁਰਖਾਂ ਨੇ ਭੇਜਿਆ। ਪਹਿਲਾਂ ਵੀ ਉਹਨਾਂ ਨੇ 26 ਲੱਖ ਰੁਪਇਆ ਜਿਹੜਾ ਤਖਤ ਸਾਹਿਬ ਭੇਜਿਆ ਹੈ। ਮੇਰਾ ਮਨ ਹੈਗਾ ਵੀ ਜਿਹੜੇ ਵੱਡੀ ਸੇਵਾ ਕਰਦੇ ਨੇ ਉਹਨਾਂ ਦਾ ਸੰਗਤ ਵਿੱਚ ਅਨਾਉਂਸ ਵੀ ਕਰ ਦਿਆ ਕਰੀਏ, ਤਾਂ ਕਿ ਉਹਨਾਂ ਨੂੰ ਸਾਰਿਆਂ ਨੂੰ ਮਹਾਰਾਜ ਜੀ ਦੇ ਦਰੋਂ ਮਾਣ ਮਿਲੇ। ਇਹ ਪਰਿਵਾਰ, ਇਹ ਸੇਵਾ ਕਰਨ ਵਾਲੇ ਜਦੋਂ ਪਟਨਾ ਸਾਹਿਬ ਆਉਣਗੇ ਤੇ ਤਖਤ ਸਾਹਿਬ ਤੋਂ ਸਿਰੋਪਾਓ ਦੇ ਕੇ ਇਹਨਾਂ ਦਾ ਸਨਮਾਨ ਕੀਤਾ ਜਾਵੇ। ਹੋਰ ਵੀ ਸੰਗਤਾਂ ਪ੍ਰਤੀ ਇਹ ਸੂਚਿਤ ਕੀਤਾ ਜਾਂਦਾ ਹੈ ਵੀ ਆਉਣ ਵਾਲੇ ਦਿਨਾਂ ਜੋ ਸਰਾਵਾਂ ਬਣਨੀਆਂ ਹਨ, 10 ਲੱਖ ਦਮੜਾ ਉਹਨਾਂ ਦੀ ਸੇਵਾ ਹੈ ਕਿ ਕਮਰੇ ਦੀ ਆਪ ਕਰਕੇ, ਜਿਨ੍ਹਾਂ ਨੂੰ ਇਹ ਮਹਾਰਾਜ ਜੀ ਵੱਲੋਂ ਸੁਭਾਗ ਪ੍ਰਾਪਤ ਬਈ ਧਨ ਦਿੱਤਾ ਗੁਰੂ ਨੇ ਤੇ ਗੁਰੂ ਦਾ ਸਮਝਦੇ ਨੇ, ਉਹ ਜ਼ਰੂਰ ਆਪਣੀ ਬਖਸ਼ਿਸ਼ ਮਹਾਰਾਜ ਜੀ ਮਿਲੀ ਹੋਈ ਉਸ ਨੂੰ ਸਫਲ ਕਰਨ। ਇਸੇ ਤਰ੍ਹਾਂ 1 ਲੱਖ ਦਮੜਾ ਹੋਰ ਇੱਕ ਗੁਰਮੁਖ ਵੱਲੋਂ ਮੈਨੂੰ ਨਾਮ ਭੁੱਲ ਗਿਆ, ਆਕਸੀਜਨ ਵਾਸਤੇ ਉਹਨਾਂ ਨੇ ਭੇਜਿਆ ਹੈ। ਕੋਈ 22.5, 23, 25 ਲੱਖ ਦੇ ਕਰੀਬ ਅੱਜ ਸੇਵਾ ਤਖਤ ਸਾਹਿਬ ਪਹੁੰਚੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ, ਜਿਨ੍ਹਾਂ ਨੇ ਸੇਵਾ ਕੀਤੀ ਹੈ, ਉਹਨਾਂ ਨੂੰ ਸਾਰਿਆਂ ਨੂੰ ਨਿਵਾਜਣ। ਔਰ ਇਹ ਸੇਵਾ ਜਿਨ੍ਹਾਂ ਕੰਮਾਂ ਲਈ ਆਈ ਹੈ, ਉਹਨਾਂ ਕੰਮਾਂ 'ਤੇ ਲੱਗ ਕੇ ਤੇ ਮਹਾਰਾਜ ਜੀ ਦੇ ਦਰ ਦੀ ਸ਼ਾਨ ਬਣੇ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਇੱਕ ਬੇਨਤੀ ਮੈਂ ਹੋਰ ਵੀ ਕਰਨੀ ਚਾਹੁੰਦਾ, ਮੈਂ ਫਿਕਰ ਦੀ ਲੋੜ ਨਹੀਂ ਹੈ। ਬਹੁਤ ਸਾਰੀਆਂ ਸੰਗਤਾਂ ਨੂੰ ਇੰਝ ਲੱਗਦਾ ਵੀ ਸ਼ਾਇਦ ਟ੍ਰੇਨਾਂ ਬੰਦ ਨੇ, ਜਹਾਜ਼ ਬੰਦ ਨੇ। ਦਾਸ ਕੱਲ੍ਹ ਅੰਮ੍ਰਿਤਸਰ ਤੋਂ ਜਿਹੜੀ ਟ੍ਰੇਨ ਚੱਲਦੀ ਹੈ, ਅਕਾਲ ਤਖਤ ਸਾਹਿਬ ਜੀ ਦੇ ਨਾਮ ਨੂੰ ਸਮਰਪਿਤ ਉਹ ਟ੍ਰੇਨ ਹੈ, ਅਕਾਲ ਤਖਤ ਐਕਸਪ੍ਰੈਸ। ਉਸ 'ਤੇ ਚੱਲ ਕੇ ਪਟਨਾ ਸਾਹਿਬ ਪਹੁੰਚਿਆ। ਸਾਰਾ ਸਫ਼ਰ ਰਸਤੇ ਦਾ ਕਰਕੇ ਦੇਖ ਕੇ ਆਇਆ ਬਈ ਕਿਤੇ ਵੀ ਕਿਸੇ ਨੂੰ ਚੜ੍ਹਨ ਲੱਗਿਆਂ ਉਤਰਨ ਲੱਗਿਆਂ ਕੋਈ ਤਕਲੀਫ ਨਹੀਂ, ਕੋਈ ਉਫ ਤੱਕ ਨਹੀਂ ਹੈ, ਕੋਈ ਇੱਕ ਸ਼ਬਦ ਤੱਕ ਨਹੀਂ ਕਹਿੰਦਾ। ਮਨ ਵਿੱਚੋਂ ਡਰ ਕੱਢ ਕੇ ਔਰ ਮਾਸਕ ਆਦਿਕ ਲਗਾ ਕੇ ਕੋਵਿਡ ਗਾਈਡਲਾਈਨ ਨੂੰ ਫੋਲੋ ਕਰਦਿਆਂ ਹੋਇਆਂ ਤੁਸੀਂ ਬੜੇ ਆਰਾਮ ਨਾਲ ਟ੍ਰੇਨ ਵਿੱਚ ਸੀਟ ਕਰਾ ਕੇ ਤੇ ਤਖਤ ਪਟਨਾ ਸਾਹਿਬ ਦਰਸ਼ਨਾਂ ਲਈ ਆ ਸਕਦੇ ਹੋ। ਕੋਈ ਰੁਕਾਵਟ ਨਹੀਂ। ਇੱਥੇ ਵੀ ਮਹਾਰਾਜ ਜੀ ਦੇ ਘਰ ਸਾਰਾ ਪ੍ਰਬੰਧ ਹੈਗਾ ਹੈ। ਬੜੀਆਂ ਸੰਗਤਾਂ ਮਾਯੂਸ ਨੇ, ਫੋਨ ਆਉਂਦੇ ਨੇ, ਮਿਲਦੇ ਨੇ, ਕਦੋਂ ਦਰਸ਼ਨ ਹੋਣਗੇ। ਤਾਂ ਮੈਂ ਸਾਰਾ ਆਪ ਚੱਲ ਕੇ ਪੂਰਾ ਆਪ ਸਫ਼ਰ ਕਰਕੇ, ਇਹ ਭਾਈ ਲੱਕੀ ਬੱਗਾ ਜੀ ਖੜੇ ਨੇ, ਇਹ ਵੀ ਨਾਲ ਸਨ, ਜੱਗੀ ਜੀ ਹੋਰ ਸੇਵਾਦਾਰ ਨਾਲ ਸਨ। ਅਸੀਂ ਸਾਰਿਆਂ ਨੇ ਮਿਲ ਕੇ ਆ ਕੇ ਦੇਖਿਆ ਵੀ ਕੋਈ ਦਿੱਕਤ ਨਹੀਂ ਹੈਗੀ, ਜ਼ਰਾ ਜਿੰਨਾ ਕੋਈ ਕਿਸੇ 'ਤੇ ਕੁਐਸਚਨ ਨਹੀਂ ਹੈਗਾ। ਬੜੇ ਆਰਾਮ ਨਾਲ ਤੁਸੀਂ ਟ੍ਰੇਨਾਂ ਵਿੱਚ ਵੀ ਤੇ ਹਵਾਈ ਜਹਾਜ਼ਾਂ ਵਿੱਚ ਵੀ ਤਖਤ ਪਟਨਾ ਸਾਹਿਬ ਦੇ ਦਰਸ਼ਨ ਈਜ਼ੀਲੀ ਆਰਾਮ ਨਾਲ ਆ ਕੇ ਕਰ ਸਕਦੇ ਹੋ। ਸਤਿਗੁਰੂ ਸਭ ਨੂੰ ਨਿਵਾਜਣ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਆਓ ਸਾਰੇ ਮਿਲ ਕੇ 2 ਮਿੰਟ
ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।